ਆਪ ਸੰਗਤਾਂ ਨੂੰ ਠੀਕ 7 ਵਜੇ ਤੱਕ ਪੰਥ ਪ੍ਰਕਾਸ਼ ਦੀ ਜੋ ਕਥਾ ਆਰੰਭ ਕੀਤੀ ਹੈ ਸਰਵਣ ਕਰਾ ਰਹੇ ਹਨ। ਬੜੇ ਪਿਆਰ ਨਾਲ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ। ਸਤਨਾਮ ਧੰਨ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤੁਮਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਸ਼ੋਹਰਤ ਭਈ ਨੌਰੰਗੇ ਫੜ ਲਿਓ, ਢੂੰਡਤ ਥੇ ਜਿਸ ਘਰ ਮੈਂ ਪਿਓ। ਸ਼ੋਹਰਤ ਭਈ ਨੌਰੰਗੇ ਫੜ ਲਿਓ, ਢੂੰਡਤ ਥੇ ਜਿਸ ਘਰ ਮੈਂ ਪਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸੰਧਿਆ ਦੇ ਦੀਵਾਨਾਂ ਦੇ ਅੰਦਰ ਆਪ ਸਭ ਸੰਗਤ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਪਾਤਸ਼ਾਹੀ ਅਸਥਾਨ ਦੇ ਅੰਦਰ ਜੁੜ ਕਰਕੇ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਖਾਲਸਾ ਜੀ, ਇਤਿਹਾਸ ਦੀ ਲੜੀਵਾਰ ਕਥਾ ਜੋ ਆਪ ਸਭ ਸੰਗਤ ਸਤਿਗੁਰੂ ਦੀ ਕਿਰਪਾ ਦੇ ਨਾਲ ਸਰਵਣ ਕਰਦੇ ਹੋ। ਬੀਤੇ ਦਿਨੀ ਸਰਵਣ ਕੀਤਾ ਕਿ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਗੰਗਾ, ਬਨਾਰਸ, ਹਰਿਦੁਆਰ, ਕੁਰੂਕਸ਼ੇਤਰ ਤੇ ਕਸ਼ਮੀਰ ਦੇ ਪੰਡਤ ਜਦੋਂ ਚੱਲ ਕੇ ਅਰਦਾਸਾਂ ਕਰਦੇ ਨੇ ਕਿ ਪਾਤਸ਼ਾਹ ਸਾਡੇ ਧਰਮ ਨੂੰ ਖਤਰਾ,
ਸਾਡੇ ਧਾਰਮਿਕ ਚਿੰਨ੍ਹ ਨੂੰ ਖਤਰਾ, ਸਾਡੀਆਂ ਜ਼ਿੰਦਗੀਆਂ ਨੂੰ ਖਤਰਾ। ਕਿਰਪਾ ਕਰਕੇ ਸਾਡੀ ਬਾਹ ਪਕੜੋ। ਧੰਨ ਗੁਰੂ ਤੇਗ ਬਹਾਦਰ ਜੀ ਉਹਨਾਂ ਮਜ਼ਲੂਮਾਂ ਦੀ ਬਾਹ ਪਕੜਦੇ ਆ, ਉਹਨਾਂ ਦੇ ਧਰਮ ਦੀ ਪੱਤ ਰੱਖਦੇ ਆ। ਖਾਲਸਾ ਜੀ ਖੁਦ ਗ੍ਰਿਫਤਾਰੀ ਦੇਣ ਵਾਸਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਗਏ, ਦਿੱਲੀ ਦੀ ਧਰਤੀ ਤੇ ਪਹੁੰਚੇ। ਜਿਸ ਵਕਤ ਧੰਨ ਗੁਰੂ ਤੇਗ ਬਹਾਦਰ ਜੀ ਗ੍ਰਿਫਤਾਰ ਹੁੰਦੇ ਨੇ, ਉਸ ਵਕਤ ਜਿਹੜਾ ਬਾਦਸ਼ਾਹ ਦਿੱਲੀ ਦਾ ਬੜਾ ਖੁਸ਼ ਹੁੰਦਾ ਹੈ। ਉਹਨਾਂ ਹਾਲਾਤਾਂ ਬਾਰੇ ਭਾਈ ਰਤਨ ਸਿੰਘ ਭੰਗੂ ਜੀ ਤੋਂ ਆਪਾਂ ਅੱਜ ਸਰਵਣ ਕਰਨਾ ਹੈ। ਆਓ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੂੰ ਹਾਜ਼ਰ ਜਾਣਦੇ ਹੋਏ ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ ਸ਼ੋਹਰਤ ਭਈ ਨੁਰੰਗੇ ਫੜ ਲਿਓ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਜੈ ਜੈਕਾਰ ਸੰਸਾਰ ਦੇ ਤਖਤੇ ਤੇ ਹੋ ਗਈ। ਜਿਸ ਵਕਤ ਧੰਨ ਗੁਰੂ ਤੇਗ ਬਹਾਦਰ ਜੀ ਧਰਮ ਨੂੰ ਰੱਖਣ ਵਾਸਤੇ, ਮਜ਼ਲੂਮਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਖੁਦ ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚੇ ਤੇ ਸੱਚੇ ਪਾਤਸ਼ਾਹ ਜੀ ਨੇ ਖੁਦ ਜਾ ਕਰਕੇ ਗ੍ਰਿਫਤਾਰੀ ਦਿੱਤੀ। ਢੂੰਡਤ ਥੇ ਜਿਸ ਘਰ ਮੈਂ ਪਿਓ। ਤੇ ਔਰੰਗਾ ਬਾਦਸ਼ਾਹ ਬੜਾ ਖੁਸ਼ ਹੁੰਦਾ ਹੈ ਕਿ ਜਿਸ ਗੁਰੂ ਨੂੰ ਪਕੜਨ ਵਾਸਤੇ, ਗ੍ਰਿਫਤਾਰ ਕਰਨ ਵਾਸਤੇ ਸਿਪਾਹੀ ਭੇਜੇ ਸੀ, ਜਿਸ ਦੀ ਤਲਾਸ਼ ਕਰਨ ਵਾਸਤੇ ਦੇਸ਼ ਦੇ ਵਿੱਚ ਸ਼ਹਿਰਾਂ ਵੱਲ ਆਪਣੇ ਸਿਪਾਹੀ ਭੇਜੇ ਸੀ, ਉਹ ਗੁਰੂ ਤੇ ਆਪਣੇ ਆਪ ਹੀ ਘਰ ਵਿੱਚ ਆ ਕੇ ਗ੍ਰਿਫਤਾਰ ਹੋ ਗਿਆ। ਕੋਈ ਮਿਹਨਤ ਵੀ ਨਹੀਂ ਕਰਨੀ ਪਈ, ਤਲਾਸ਼ੀ ਨਹੀਂ ਕਰਨੀ ਪਈ। ਬੜਾ ਖੁਸ਼ ਹੁੰਦਾ ਹੈ ਕਿ ਹੁਣ ਤੇ ਸਮੁੱਚੇ ਹਿੰਦੁਸਤਾਨ ਨੂੰ ਦਬਾਉਣਾ ਬੜਾ ਆਸਾਨ ਹੋ ਜਾਵੇਗਾ। ਮਨੋ ਮਨ ਪ੍ਰਸੰਨ ਹੁੰਦਾ ਹੈ। ਪਰ ਖਾਲਸਾ ਜੀ ਸੱਚ ਹੈ ਕਿ ਅੱਜ ਔਰੰਗੇ ਦੇ ਰਾਜ ਦੀਆਂ ਜੜ੍ਹਾਂ ਪੱਟੀਆਂ ਜਾਣੀਆਂ ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਦਾ ਲਹੂ ਧਰਤੀ ਤੇ ਡੁੱਲਣਾ ਹੈ। ਸੋ ਆਓ ਸਰਵਣ ਕਰੀਏ ਜੀ। ਇਮ ਨੁਰੰਗੇ ਕੇ ਹੱਥ ਆਏ। ਧੰਨ ਗੁਰੂ ਤੇਗ ਬਹਾਦਰ ਜੀ ਇਸ ਤਰ੍ਹਾਂ ਔਰੰਗੇ ਦੇ ਹੱਥ ਆਏ, ਜਿਵੇਂ ਆਪਾਂ ਪਹਿਲਾਂ ਸਰਵਣ ਕੀਤਾ ਕਿ ਸੱਚੇ ਪਾਤਸ਼ਾਹ ਇੱਕ ਗਰੀਬ ਘਾਹੀ ਸੱਜਣ ਦੇ ਰਾਹੀਂ ਗ੍ਰਿਫਤਾਰੀ ਦੇ ਕੇ ਦਿੱਲੀ ਦਰਬਾਰ ਵਿੱਚ ਪਹੁੰਚੇ। ਇਮ ਕਰ ਸਤਿਗੁਰ ਆਪ ਬੰਧਾਏ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੰਨਣ ਵਾਲਾ ਦੁਨੀਆ ਦੇ ਤਖਤੇ ਤੇ ਕੋਈ ਰਾਜਾ ਮਹਾਰਾਜਾ, ਕੋਈ ਮਹਾਰਥੀ ਕੀ ਖਾਲਸਾ ਜੀ ਐਸੇ ਮਹਾਰਥੀ ਨੂੰ ਜਨਮ ਦੇਣ ਵਾਲੀ ਮਾਂ ਹੀ ਨਹੀਂ ਜਨਮੀ ਜਿਹੜੀ ਸਤਿਗੁਰੂ ਨੂੰ ਬੰਨ ਲਵੇ। ਇਹ ਤੇ ਸਤਿਗੁਰੂ ਦੀ ਮੌਜ ਹੈ। ਸਤਿਗੁਰੂ ਦੇ ਅੰਦਰ ਸ਼ਹੀਦੀ ਦਾ ਚਾਹ ਹੈ ਕਿ ਮੋਹ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕਹੇ ਦਵਾਰ। ਸੰਸਾਰ ਦੀ ਹਕੂਮਤ ਨੂੰ ਭੁਲੇਖਾ ਹੈ ਕਿ ਅਸੀਂ ਗੁਰੂ ਤੇਗ ਬਹਾਦਰ ਨੂੰ ਕੈਦ ਕਰ ਲਿਆ। ਭਾਈ ਰਤਨ ਸਿੰਘ ਭੰਗੂ ਕਹਿੰਦੇ, ਇਹੋ ਜਿਹੇ ਹੁਕਮਰਾਨ ਨੂੰ ਜਨਮ ਦੇਣ ਵਾਲੀ ਮਾਂ ਨਹੀਂ ਜਨਮੀ ਜਿਹੜੀ ਗੁਰੂ ਨੂੰ ਕੈਦ ਕਰ ਲਵੇ। ਇਹ ਤੇ ਸਤਿਗੁਰੂ ਖੁਦ ਹੀ ਆਪਣੀ ਮੌਜ ਵਿੱਚ ਆ ਕਰਕੇ ਗ੍ਰਿਫਤਾਰੀ ਦੇ ਕਰਕੇ ਕੈਦ ਵਿੱਚ ਜਾਂਦੇ ਨੇ। ਕੈਦ ਪਾਏ ਬਹੁ ਦਿਵਾਇਓ ਤਰਾਸ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਕੈਦ ਕੀਤਾ ਗਿਆ ਤੇ ਖਾਲਸਾ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਤਸੀਹੇ ਵੀ ਦਿੱਤੇ ਗਏ। ਫੇਰ ਮੁਗਲ ਇੱਕ ਭੇਜਿਓ ਪਾਸ। ਤਾਂ ਉਸ ਤੋਂ ਬਾਅਦ ਇੱਕ ਮੁਗਲ ਸਿਪਾਹੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਭੇਜਿਆ ਗਿਆ। ਖੋਟਾ ਬੋਲਿਓ ਤਰਾਸ ਦਿਖਾਇਆ। ਤੇ ਜਿਸ ਤਰ੍ਹਾਂ ਕਹਿੰਦੇ ਸਰਕਾਰੀ ਮੁਲਾਜ਼ਮਾਂ ਦੀ ਆਦਤ ਹੁੰਦੀ ਹੈ ਹਰ ਇੱਕ ਦੇ ਨਾਲ ਕੌੜਾ ਬੋਲਣਾ, ਖੋਟੀ ਭਾਸ਼ਾ ਵਿੱਚ ਬੋਲਣਾ, ਕਹਿੰਦੇ ਇਸੇ ਤਰ੍ਹਾਂ ਜਦੋਂ ਮੁਗਲ ਸਿਪਾਹੀ ਗੁਰੂ ਤੇਗ ਬਹਾਦਰ ਜੀ ਕੋਲ ਆਇਆ ਤੇ ਬੜੀ ਮੰਦੀ ਸ਼ਬਦਾਵਲੀ, ਭੱਦੇ ਸ਼ਬਦ, ਖੋਟੇ ਸ਼ਬਦ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਬੋਲਦਾ ਹੈ। ਤੁਰਕ ਹੋਏ ਤਿਨ ਆਖ ਸੁਣਾਇਆ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਕਹਿਣ ਲੱਗਾ ਕਿ ਜਲਦੀ ਜਲਦੀ ਦੀਨੇ ਮਜ਼ਹਬ ਕਬੂਲ ਕਰ ਲਓ ਤੇ ਨਹੀਂ ਤੇ ਮਰਨ ਨੂੰ ਤਿਆਰ ਹੋ ਜਾਓ। ਇਸ ਤਰ੍ਹਾਂ ਖੋਟੇ ਸ਼ਬਦ ਸਤਿਗੁਰੂ ਦੇ ਸਾਹਮਣੇ ਬੋਲਦਾ ਹੈ। ਆਕੇ ਦਿਖਾਇਓ ਕਰਾ ਜੋ ਮਾਤ। ਤੇ ਜੇ ਦੀਨੇ ਮਜ਼ਹਬ ਕਬੂਲ ਨਹੀਂ ਕਰਨਾ ਤੇ ਗੁਰੂ ਤੇਗ ਬਹਾਦਰ ਜੀ ਨੂੰ ਕਹਿਣ ਲੱਗਾ ਫਿਰ ਕੋਈ ਕਰਾਮਾਤ ਕਰਕੇ ਵਿਖਾਓ,
ਕੋਈ ਕੌਤਕ ਵਿਖਾਓ, ਕੋਈ ਕਰਾਮਾਤ ਵਿਖਾਓ ਜੇ ਮਰਨ ਤੋਂ ਬਚਣਾ ਹੈ। ਜਿਮ ਗੁਰੂ ਆਖਾਵੇ ਦਿਖਾਇਓ ਸੋ ਬਾਤ। ਇਸ ਭਾਰਤ ਦੀ ਧਰਤੀ ਤੇ ਤੁਸੀਂ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੋ, ਫਿਰ ਹੁਣ ਮੁਗਲ ਹਕੂਮਤ ਨੂੰ ਕੋਈ ਗੁਰੂ ਵਾਲੀ ਬਾਤ ਵਿਖਾਓ, ਭਾਵ ਕੇ ਕਰਾਮਾਤ ਵਿਖਾਓ। ਜਿਮ ਤੁਮ ਪਾਤਸ਼ਾਹ ਸੱਚੇ ਸਦਵਾਵੈ। ਜਿਸ ਤਰ੍ਹਾਂ ਤੁਸੀਂ ਸੰਸਾਰ ਦੇ ਤਖਤੇ ਤੇ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਅਖਵਾਉਂਦੇ ਹੋ, ਬਸ ਸਾਨੂੰ ਵੀ ਹੁਣ ਵਿਖਾਓ ਕਿ ਲੋਕ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ। ਜਿਮ ਕਰ ਹਮਕੋ ਝੂਠ ਠਹਿਰਾਵੈ। ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਆ ਤੇ ਸਾਨੂੰ ਝੂਠਾ ਬਾਦਸ਼ਾਹ ਕਿਉਂ ਕਹਿੰਦੇ ਨੇ ਦੁਨੀਆ ਦੇ ਲੋਕ। ਖਾਲਸਾ ਜੀ ਸੱਚ ਹੈ, ਦੁਨੀਆ ਤੇ ਰਾਜ ਕਰਨ ਵਾਲੇ ਨੂੰ ਬਾਦਸ਼ਾਹ ਝੂਠਾ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਦੁਨੀਆ ਦੇ ਬਾਦਸ਼ਾਹਾਂ ਦੇ ਵਿੱਚੋਂ ਬਾਦ ਵਿਵਾਦ ਨਿਕਲਦੇ ਨੇ। ਦੁਨੀਆ ਦੇ ਬਾਦਸ਼ਾਹਾਂ ਦੇ ਹੁਕਮਾਂ ਦੇ ਨਾਲ ਜ਼ਿੰਦਗੀ ਨਹੀਂ ਬਦਲੀ ਜਾਂਦੀ, ਦੁਨੀਆ ਦੇ ਬਾਦਸ਼ਾਹਾਂ ਦੇ ਹੁਕਮਾਂ ਦੇ ਨਾਲ ਦੁੱਖ ਨਹੀਂ ਕੱਟੇ ਜਾਂਦੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਵੀ ਸੱਚਾ ਪਾਤਸ਼ਾਹ ਤਾਂ ਕਿਹਾ ਜਾਂਦਾ ਹੈ ਕਿਉਂਕਿ ਇਸ ਸੱਚੇ ਪਾਤਸ਼ਾਹ ਦੇ ਹੁਕਮ ਦੇ ਨਾਲ ਜ਼ਿੰਦਗੀ ਵੀ ਬਦਲੀ ਜਾਂਦੀ ਹੈ। ਇਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਦੇ ਨਾਲ ਖਾਲਸਾ ਜੀ ਜ਼ਿੰਦਗੀ ਦੇ ਦੁੱਖ ਵੀ ਕੱਟੇ ਜਾਂਦੇ ਨੇ। ਇਸ ਕਰਕੇ ਸੱਚਾ ਪਾਤਸ਼ਾਹ ਕਿਹਾ ਜਾਂਦਾ ਹੈ। ਕਹਿਣ ਲੱਗਾ ਮੁਗਲ ਹਕੂਮਤ ਦਾ ਸਿਪਾਹੀ, ਸਾਨੂੰ ਲੋਕ ਝੂਠਾ ਬਾਦਸ਼ਾਹ ਕਹਿੰਦੇ ਆ, ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਆ, ਸਾਨੂੰ ਦੱਸੋ ਤੁਹਾਡੇ ਵਿੱਚ ਕਿਹੜੀ ਵੱਖਰੀ ਬਾਤ ਹੈ, ਕਿਹੜੀ ਕਰਾਮਾਤ ਹੈ, ਉਹ ਸਾਨੂੰ ਵੀ ਵਿਖਾਉਣੀ ਕਰੋ। ਨਹੀਂ ਹੋ ਤੁਮ ਮੁਸਲਮਾਨ। ਜੇ ਕਰਾਮਾਤ ਨਹੀਂ ਵਿਖਾਉਣੀ ਤਾਂ ਤੁਹਾਨੂੰ ਦੀਨੇ ਮਜ਼ਹਬ ਕਬੂਲ ਕਰਨਾ ਪਵੇਗਾ। ਆਕੇ ਦਿਖਾਇਓ ਕੁਛ ਆਪਣੋ ਤਾਨ। ਤੇ ਜੇ ਦੀਨੇ ਮਜ਼ਹਬ ਕਬੂਲ ਨਹੀਂ ਕਰਨਾ ਫਿਰ ਕੋਈ ਆਪਣੀ ਤਾਕਤ ਵਿਖਾਓ, ਕੋਈ ਤਾਣ ਵਿਖਾਓ। ਦਿਖਾਓ ਹਮੇ ਕੁਛ ਕਰਾ ਜੁਮਾਤ। ਕੋਈ ਕਰਾਮਾਤ ਤਾਂ ਸਾਨੂੰ ਵਿਖਾਉਣੀ ਕਰੋ। ਰਾਮ ਰਾਏ ਜਿਵੇਂ ਬੰਨੋ ਬਾਤ। ਜਿਸ ਤਰ੍ਹਾਂ ਤੁਹਾਡੇ ਵੱਡੇ ਵਡੇਰੇ ਰਾਮ ਰਾਏ ਨੇ ਦਿੱਲੀ ਦੀ ਧਰਤੀ ਤੇ ਆ ਕੇ 72 ਤਰ੍ਹਾਂ ਦੀ ਕਰਾਮਾਤ ਬਾਦਸ਼ਾਹ ਨੂੰ ਵਿਖਾਈ ਸੀ, ਤੁਸੀਂ ਵੀ ਉਸੇ ਤਰ੍ਹਾਂ ਸਾਨੂੰ ਕਰਾਮਾਤ ਵਿਖਾਓ। ਕਹਿੰਦੇ ਨੇ ਜਦੋਂ ਰਾਮ ਰਾਏ ਦਿੱਲੀ ਦੀ ਧਰਤੀ ਤੇ ਗਿਆ, ਖਾਲਸਾ ਜੀ ਜਿਹੜਾ ਮਜਨੂ ਕੇ ਟਿੱਲੇ ਜਿਹੜਾ ਖਾਲਸਾ ਜੀ ਖੂਹ ਹੈ, ਕਹਿੰਦੇ ਖੂਹ ਦੇ ਉੱਤੇ ਚਾਦਰ ਵਿਛਾ ਕੇ ਉਸ ਚਾਦਰ ਤੇ ਆਪ ਬੈਠ ਗਿਆ ਤੇ ਖੂਹ ਵਿੱਚ ਗਿਰਿਆ ਨਹੀਂ। ਇਸ ਤਰ੍ਹਾਂ ਦੀਆਂ 72 ਤਰ੍ਹਾਂ ਦੀਆਂ ਕਰਾਮਾਤਾਂ ਵਿਖਾਈਆਂ। ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਸਿਪਾਹੀ ਕਹਿੰਦਾ ਵੀ ਜਿਵੇਂ ਰਾਮ ਰਾਏ ਨੇ ਕਰਾਮਾਤ ਵਿਖਾਈ, ਤੁਸੀਂ ਵੀ ਕੋਈ ਤਾਕਤ, ਕੋਈ ਕਰਾਮਾਤ, ਕੋਈ ਸ਼ਕਤੀ ਸਾਨੂੰ ਵਿਖਾਉਣੀ ਕਰੋ। ਦੋਹਰਾ ਤਬ ਸਤਿਗੁਰ ਫਿਰ ਇਮ ਕਹਿਓ ਨੈ ਅੱਛਾ ਕੀਆ ਰਾਮ ਰਾਏ। ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਨੇ ਬਚਨ ਸੁਣੇ, ਸੱਚੇ ਪਾਤਸ਼ਾਹ ਕਹਿਣ ਲੱਗੇ ਔਰੰਗੇ ਨੂੰ ਕਿ ਔਰੰਗਿਆ ਤੂੰ ਰਾਮ ਰਾਏ ਦੀ ਗੱਲ ਕਰਦਾ ਤੇ ਉਹਨੇ ਵੀ ਕੋਈ ਚੰਗਾ ਕੰਮ ਨਹੀਂ ਕੀਤਾ। ਕਰਾਮਾਤਾਂ ਵਿਖਾ ਕੇ, ਤਾਕਤਾਂ ਵਿਖਾ ਕੇ, ਸ਼ਕਤੀਆਂ ਵਿਖਾ ਕਰਕੇ ਉਹਨੇ ਵੀ ਕੋਈ ਭਲਾ ਨਹੀਂ ਕੀਤਾ। ਆਪ ਬੜਾਈ ਲੈ ਗਿਓ ਗੱਲ ਪਿਛਲਨ ਪਾਏ ਬਲਾਏ। ਆਪ ਤਾਂ ਦਿੱਲੀ ਸਰਕਾਰ ਤੋਂ ਵਡਿਆਈਆਂ ਲੈ ਗਿਆ, ਮਾਨ ਸਨਮਾਨ ਲੈ ਗਿਆ, ਪਰ ਉਸ ਰਾਮ ਰਾਏ ਨੇ ਇਹ ਨਹੀਂ ਸੋਚਿਆ ਕਿ ਜਿਹੜੇ ਪਿੱਛੇ ਪੀਰ ਫਕੀਰ ਨੇ ਉਹਨਾਂ ਦਾ ਕੀ ਬਣੇਗਾ। ਕਿਉਂਕਿ ਖਾਲਸਾ ਜੀ ਰਾਮ ਰਾਏ ਨੇ ਕਰਾਮਾਤ ਵਿਖਾਈ ਤੇ ਦਿੱਲੀ ਹਕੂਮਤ ਨੂੰ ਹੋ ਗਿਆ ਕਿ ਸਾਰੇ ਸੰਤ ਪੀਰ ਫਕੀਰ ਕਰਾਮਾਤਾਂ ਵਿਖਾਉਣ। ਕਹਿੰਦੇ ਕਰਾਮਾਤ ਇੱਕ ਵਿਖਾ ਗਿਆ ਤੇ ਔਰੰਗਿਆ ਤੂੰ ਸਾਰੇ ਸੰਤ ਮਹਾਤਮਾ ਪੀਰ ਫਕੀਰ ਉਹ ਆਪਣੀ ਜ਼ੁਲਮ ਦੀ ਚੱਕੀ ਵਿੱਚ ਪੀਸਨੇ ਸ਼ੁਰੂ ਕਰ ਦਿੱਤੇ, ਸਾਰਿਆਂ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਚੇਤੇ ਰੱਖੀ ਜੇ ਰਾਮ ਰਾਏ ਨੇ ਵੀ ਇਹ ਕੀਤਾ ਤੇ ਉਹਨੇ ਕੋਈ ਚੰਗਾ ਕੰਮ ਨਹੀਂ ਕੀਤਾ। ਚੌਪਈ ਜੋ ਉਹ ਦੇ ਗਿਓ ਕਰਾ ਸੁਮਾਤ। ਜਿਹੜੀਆਂ ਕਰਾਮਾਤਾਂ ਦਿੱਲੀ ਸਰਕਾਰ ਨੂੰ ਰਾਮ ਰਾਏ ਵਿਖਾ ਕੇ ਗਿਆ ਹੈ, ਤੋ ਹਮਕੋ ਤੈਂ ਆਖੀ ਬਾਤ। ਇਸੇ ਕਰਕੇ ਤੂੰ ਸਾਨੂੰ ਵੀ ਕਰਾਮਾਤ ਵਿਖਾਉਣ ਵਾਸਤੇ ਕਹਿਣਾ, ਕਿਉਂਕਿ ਰਾਮ ਰਾਏ ਨੇ ਤੈਨੂੰ ਕਰਾਮਾਤਾਂ ਦੀ ਆਦਤ ਪਾ ਦਿੱਤੀ ਹੈ। ਪੀਰ ਫਕੀਰਨ ਲਾਗਿਓ ਪਾਪ। ਸਤਿਗੁਰੂ ਕਹਿਣ ਲੱਗੇ ਜੇ ਪੀਰ ਫਕੀਰ ਕਰਾਮਾਤਾਂ ਵਿਖਾਉਣ ਤੇ ਫਕੀਰਾਂ ਵਾਸਤੇ ਚੰਗੀ ਗੱਲ ਨਹੀਂ ਹੁੰਦੀ। ਫਕੀਰਾਂ ਨੂੰ, ਪੀਰਾਂ ਨੂੰ ਬਿਲਕੁਲ ਗੁਪਤ ਰੂਪ ਦੇ ਵਿੱਚ ਰਹਿਣਾ ਚਾਹੀਦਾ ਹੈ। ਜਿਨ ਹਰ ਪਾਇਓ
ਤਿਨੈ ਛਪਾਇਓ। ਜਿਨ੍ਹਾਂ ਦੇ ਕੋਲ ਕੁਝ ਹੁੰਦਾ ਹੈ ਲੁਕੋ ਕੇ ਰੱਖਦੇ ਨੇ। ਖਾਲੀ ਭਾਂਡੇ ਵਿੱਚੋਂ ਆਵਾਜ਼ ਆਉਂਦੀ ਹੈ, ਭਰਿਆਂ ਭਾਂਡਿਆਂ ਵਿੱਚੋਂ ਆਵਾਜ਼ਾਂ ਨਹੀਂ ਆਉਂਦੀਆਂ। ਖਾਲਸਾ ਜੀ ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਦੇ ਪੱਲੇ ਕੋਈ ਕਰਾਮਾਤ ਹੈ, ਕੋਈ ਤਾਕਤ ਹੈ, ਉਹ ਰੋਲਾ ਨਹੀਂ ਪਾਉਂਦੇ। ਜੇ ਰੋਲਾ ਪਾਉਣ ਤੇ ਉਹਨਾਂ ਵਾਸਤੇ ਚੰਗੀ ਗੱਲ ਨਹੀਂ ਹੁੰਦੀ, ਕਿਉਂਕਿ ਸੱਚੇ ਪਾਤਸ਼ਾਹ ਦੀ ਬਾਣੀ ਦੇ ਬਚਨ ਨੇ ਅਣਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਕਿ ਭਗਤ ਉਹ ਹੈ, ਪੀਰ ਫਕੀਰ ਉਹ ਹੈ ਜਿਹੜਾ ਗੁਪਤ ਰੂਪ ਵਿੱਚ ਰਹਿ ਕਰਕੇ ਸੰਸਾਰ ਦਾ ਭਲਾ ਕਰੇ। ਗਿਓ ਕਰਵਾਏ ਬੋ ਸਭ ਕੂ ਖਾਪ। ਰਾਮ ਰਾਏ ਬਾਰੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਉਹਨੇ ਸਾਰਿਆਂ ਪੀਰਾਂ ਫਕੀਰਾਂ ਦੇ ਉੱਤੇ ਬੜਾ ਪਾ ਦਿੱਤੀ ਹੈ। ਕਰਾਮਾਤ ਮਦ ਸਭ ਕਬ ਹੋਏ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਇਹ ਕਰਾਮਾਤਾਂ ਤਾਕਤਾਂ ਕਿਸੇ ਵਿਰਲੇ ਕੋਲ ਹੁੰਦੀਆਂ, ਧਰਮ ਦੇ ਰਾਹ ਤੇ ਤੁਰਨ ਵਾਲੇ ਹਰ ਇੱਕ ਵਿਅਕਤੀ ਕੋਲ ਨਹੀਂ ਹੋ ਜਾਂਦੀਆਂ। ਕਿਉਂਕਿ ਖਾਲਸਾ ਜੀ ਧਰਮ ਦੇ ਰਾਹ ਤੇ ਭਗਤੀ ਦੇ ਰਾਹ ਤੇ ਵੀ ਅਵਸਥਾਵਾਂ ਨੇ, ਹਰ ਇੱਕ ਸਟੇਜ ਹੈ। ਇਸੇ ਕਰਕੇ ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਏ ਤਰਾਹੇ ਪਤ ਪਵੜੀਆ ਚੜੀਐ ਹੋਏ ਕੀਸ। ਇੱਕ ਪੌੜੀ ਚੜੋ ਤੇ ਦੂਸਰੀ ਪੌੜੀ ਤਿਆਰ ਹੈ, ਤੀਸਰੀ ਤਿਆਰ ਹੈ, ਚੌਥੀ ਪੌੜੀ ਤਿਆਰ ਹੈ। ਪਰ ਵੇਖਣ ਵਿੱਚ ਆਉਂਦਾ ਹੈ ਕਿ ਜਦੋਂ ਬੰਦਾ ਧਰਮ ਤੇ ਤੁਰਦਾ ਹੈ ਨਾ, ਭਗਤੀ ਕਰਨ ਤੁਰਦਾ ਹੈ, ਤੇ ਬੰਦਾ ਕਹਿੰਦਾ ਮੈਨੂੰ ਪਹਿਲੇ ਦਿਨ ਹੀ ਕੋਈ ਤਾਕਤ ਕੋਈ ਕਰਾਮਾਤ ਵਿਖ ਜਾਵੇ ਤੇ ਮੈਂ ਤਾਂ ਹੀ ਧਰਮ ਨੂੰ ਮੰਨਾਂਗਾ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਜਿਸ ਤਰ੍ਹਾਂ ਮੱਖਣ ਨੂੰ ਰਿੜਕੀਏ, ਮੱਖਣ ਪ੍ਰਗਟ ਹੋਣ ਵਿੱਚ ਸਮਾਂ ਲੱਗਦਾ ਹੈ, ਇਸੇ ਤਰ੍ਹਾਂ ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਜਦੋਂ ਮਨ ਨੂੰ ਰਿੜਕਦੇ ਆ, ਵਾਹਿਗੁਰੂ 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 ਦਾ ਅਭਿਆਸ ਕਰਦੇ ਆ, ਅਭਿਆਸ ਕਰਦੇ ਕਰਦੇ ਆਪਣੇ ਆਪ ਅਵਸਥਾ ਬਣਦੀ ਹੈ। ਅਵਸਥਾ ਜਦੋਂ ਬਣ ਜਾਵੇ ਤੇ ਅਨੁਭਵ ਵੀ ਆਪਣੇ ਆਪ ਹੁੰਦੇ ਨੇ। ਸੋ ਧਰਮ ਦੇ ਰਾਹ ਤੇ ਭਗਤੀ ਦੇ ਰਾਹ ਤੇ ਤੁਰਨ ਲੱਗਿਆਂ ਕਦੇ ਕਾਹਲੀ ਨਹੀਂ ਕਰਨੀ ਚਾਹੀਦੀ। ਇੱਕ ਮਹਾਪੁਰਖ ਬਚਨ ਸੁਣਾਇਆ ਕਰਦੇ ਸਨ ਖਾਲਸਾ ਜੀ ਕਿ ਅੱਜ ਕੱਲ ਜ਼ਮਾਨਾ ਜੋ ਹੈ, ਸਮਾਂ ਜੋ ਹੈ ਰਫ਼ਤਾਰ ਵਾਲਾ ਹੈ, ਤੇ ਅੱਜ ਕੱਲ ਸਮਾਂ ਵੀ ਰੈਡੀਮੇਡ ਜ਼ਿਆਦਾ ਹੋ ਗਿਆ ਹੈ। ਭਾਵ ਪੁਰਾਣੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਹੈ ਬਜ਼ੁਰਗ ਜਦੋਂ ਕੱਪੜੇ ਪਾਉਂਦੇ ਸਨ ਤਨ ਦੇ ਉੱਤੇ ਤੇ ਪਹਿਲਾਂ ਦੁਕਾਨ ਤੇ ਜਾਂਦੇ ਸੀ ਤੇ ਕਿਤੇ ਕੁੜਤੇ ਪਜਾਮੇ ਦਾ ਕੱਪੜਾ ਲੈਣਾ, ਫਿਰ ਉਸ ਤੋਂ ਬਾਅਦ ਦਰਜੀ ਨੂੰ ਜਾ ਕਰਕੇ ਮੇਚਾ ਨਾਪ ਦੇਣਾ, ਤੇ ਜਦੋਂ ਦਰਜੀ ਨੇ ਮੇਚਾ ਲੈ ਲੈਣਾ, ਨਾਪ ਲੈ ਲੈਣਾ, ਬਾਅਦ ਵਿੱਚ ਕੁੜਤਾ ਪਜਾਮਾ ਸੀਣ ਦੇ ਵਿੱਚ ਕੁਝ ਦਿਨ ਲਾਉਂਦਾ ਸੀ। ਭਾਵ 10-15 ਦਿਨ ਲੱਗ ਜਾਂਦੇ ਸੀ ਇੱਕ ਕਮੀਜ਼ ਨੂੰ ਸੀਣ ਦੇ ਵਿੱਚ, ਤੇ ਉਸ ਤੋਂ ਬਾਅਦ ਜਾ ਕੇ 10-15 ਦਿਨਾਂ ਬਾਅਦ ਜਾ ਕੇ ਬੰਦਾ ਪਾਉਂਦਾ ਸੀ। ਤੇ ਹੁਣ ਜ਼ਮਾਨਾ ਆ ਗਿਆ ਰੈਡੀਮੇਡ, ਸਮਾਂ ਆ ਗਿਆ ਰਫ਼ਤਾਰ ਵਾਲਾ। ਬੰਦਾ ਦੁਕਾਨ ਤੇ ਜਾਂਦਾ ਹੈ, ਬਣੇ ਬਣਾਏ ਕੱਪੜੇ ਪਾਉਂਦਾ ਹੈ, ਪੈਸੇ ਦਿੰਦਾ ਹੈ, ਬਣੇ ਬਣਾਏ ਕੱਪੜੇ ਤਨ ਤੇ ਪਾ ਕੇ ਬਾਹਰ ਆ ਜਾਂਦਾ ਹੈ। ਬਸ ਜਿਵੇਂ ਬਾਹਰਲਾ ਜ਼ਮਾਨਾ ਰੈਡੀਮੇਡ ਹੋ ਗਿਆ ਨਾ, ਅੱਜ ਧਰਮ ਵਿੱਚ ਵੀ ਆਪਾਂ ਰੈਡੀਮੇਡ ਕਿਰਪਾ ਹੀ ਭਾਲਦੇ ਹਾਂ ਕਿ ਨਿਤਨੇਮ ਨਹੀਂ ਕਰਨਾ, ਸਿਮਰਨ ਨਹੀਂ ਕਰਨਾ, ਭਜਨ ਨਹੀਂ ਕਰਨਾ। ਪਰ ਭਾਈ ਸਾਹਿਬ ਜੀ ਰੁਪਈਆਂ ਦਾ ਮੱਥਾ ਟੇਕ ਕੇ ਕਰਾਮਾਤ ਜ਼ਰੂਰ ਲੈਣੀ ਹੈ, ਕਿਰਪਾ ਜ਼ਰੂਰ ਲੈਣੀ ਹੈ। ਖਾਲਸਾ ਜੀ ਮਾਇਆ ਦਾ ਦਸਵੰਧ ਇੱਕ ਪਾਸੇ ਹੈ, ਪਰ ਸੱਚ ਹੈ ਜੇ ਜੀਵਨ ਵਿੱਚ ਕੁਝ ਪ੍ਰਾਪਤ ਕਰਨਾ ਹੈ, ਜੀਵਨ ਵਿੱਚ ਜੇ ਗੁਰੂ ਗੋਬਿੰਦ ਸਿੰਘ ਦੇ ਦੀਦਾਰੇ ਕਰਨੇ ਨੇ, ਫਿਰ ਜਪਣਾ ਖੁਦ ਪਵੇਗਾ, ਸਿਮਰਨ ਖੁਦ ਕਰਨਾ ਪਵੇਗਾ, ਅੰਮ੍ਰਿਤ ਵੇਲੇ ਚੌਂਕੜਾ ਲਾਣਾ ਪਵੇਗਾ, ਨੇਤਰ ਬੰਦ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁਕਾਰਨਾ ਪਵੇਗਾ ਕਿ ਪਾਤਸ਼ਾਹ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ। ਜੇ ਪੁਕਾਰਾਂਗੇ ਤਾਂ ਹੀ ਕਿਰਪਾ ਹੋਵੇਗੀ, ਤਾਂ ਰਹਿਮਤ ਹੋਵੇਗੀ। ਸੋ ਸਤਿਗੁਰੂ ਕਹਿੰਦੇ ਰਾਮ ਰਹੇ ਨੇ ਜੋ ਵੀ ਕੀਤਾ ਕੋਈ ਚੰਗੀ ਗੱਲ ਨਹੀਂ ਕੀਤੀ। ਬਿਨ ਕਰਾਮਾਤ ਤੁਮ ਛੱਡੋ ਨਾ ਕੋਏ। ਕਿਉਂਕਿ ਹੁਣ ਰਾਮ ਰਾਏ ਨੇ ਤੈਨੂੰ ਕਰਾਮਾਤ ਵੇਖਣ ਦੀ ਆਦਤ ਪਾ ਦਿੱਤੀ, ਤੇ ਤੂੰ ਕਰਾਮਾਤ ਵੇਖੇ ਬਿਨਾ ਕਿਸੇ ਪੀਰ ਫਕੀਰ ਨੂੰ ਛੱਡਦਾ ਨਹੀਂ। ਯੈ ਕਰਾਮਾਤ ਹਮ ਦੇਹ ਨਾ ਜਾਹੀ। ਤੇ ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਅਸੀਂ ਇਹੋ ਜਿਹੀਆਂ ਕਰਾਮਾਤਾਂ ਨਹੀਂ ਵਿਖਾਉਣ ਵਾਸਤੇ ਆਏ, ਅਸੀਂ ਇਹੋ ਜਿਹੀਆਂ ਕਰਾਮਾਤਾਂ ਤੈਨੂੰ ਵਿਖਾ ਕੇ ਪ੍ਰਭਾਵਿਤ ਕਰਨ ਨਹੀਂ ਆਏ। ਪਿਛਲਨ ਕਹਿ ਜੋ ਗੈਲ ਲਗਾਈ। ਕਿਉਂਕਿ ਜੇ ਅਸੀਂ ਕਰਾਮਾਤ ਵਿਖਾ ਵੀ ਦਿੱਤੀ ਤਾਂ ਸਾਡੇ ਤੋਂ ਪਿੱਛੇ ਜਿਹੜੇ ਪੀਰ ਫਕੀਰ ਹੋਣਗੇ, ਤੂੰ ਉਹਨਾਂ ਨੂੰ ਵੀ ਕੈਦ ਵਿੱਚ ਲੈ ਕੇ ਕਵੇਂਗਾ ਕਿ ਕਰਾਮਾਤ ਵਿਖਾਓ। ਜਿਨਨੇ ਕਰਾਮਾਤ ਵਿਖਾ ਦਿੱਤੀ ਤੂੰ ਛੱਡ ਦੇਣਾ, ਜਿਨਨੇ ਨਾ ਵਿਖਾਈ ਉਹਨੂੰ ਤੂੰ ਬੰਦੀ ਬਣਾ ਲੈਣਾ। ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਬਾਦਸ਼ਾਹ
ਅਸੀਂ ਤੈਨੂੰ ਪ੍ਰਭਾਵਿਤ ਕਰਨ ਨਹੀਂ ਆਏ, ਅਸੀਂ ਧਰਮ ਦੀ ਰੱਖਿਆ ਕਰਨ ਆਏ ਹਾਂ, ਅਸੀਂ ਸਿਰ ਧੜ ਦੀ ਬਾਜ਼ੀ ਲਾਉਣ ਵਾਸਤੇ ਆਏ ਹਾਂ। ਕਰਾਮਾਤ ਹੈ ਕਹਿਰ ਸੁਮਾਹੇ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਕਰਾਮਾਤ ਤੇ ਕਹਿਰ ਦਾ ਨਾਂ ਹੈ। ਕਰਾਮਾਤ ਵਿਖਾਉਣਾ, ਤਾਕਤਾਂ ਵਿਖਾਉਣੀਆਂ, ਆਪਣੀਆਂ ਤਾਕਤਾਂ ਤੇ ਕਰਾਮਾਤਾਂ ਤੇ ਮਾਣ ਕਰਨਾ, ਇਹ ਪੀਰਾਂ ਫਕੀਰਾਂ ਨੂੰ ਮਾਰ ਕੇ ਰੱਖ ਦਿੰਦਾ। ਇਸੇ ਕਰਕੇ ਸਤਿਗੁਰੂ ਦੀ ਬਾਣੀ ਨੇ ਕਿਹਾ ਆਪਣੇ ਆਪ ਤੇ ਮਾਣ ਨਾ ਕਰਿਆ ਕਰ, ਮਾਣ ਕਰਿਆ ਕਰ ਗੁਰੂ ਨਾਨਕ ਤੇ, ਮਾਣ ਕਰਿਆ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ। ਕਿਉਂਕਿ ਸਿੱਖ ਜਦੋਂ ਗੁਰੂ ਤੇ ਮਾਣ ਕਰਦਾ ਹੈ, ਗੁਰੂ ਤੇ ਕੀਤਾ ਹੋਇਆ ਮਾਣ ਬੰਦੇ ਨੂੰ ਤਾਰ ਕੇ ਰੱਖ ਦਿੰਦਾ ਹੈ, ਤੇ ਜਦੋਂ ਸਿੱਖ ਆਪਣੇ ਆਪ ਤੇ ਮਾਣ ਕਰਦਾ ਹੈ, ਖਾਲਸਾ ਜੀ ਬੰਦੇ ਨੂੰ ਮਾਰ ਕੇ ਰੱਖ ਦਿੰਦਾ। ਸੋ ਮਾਣ ਗੁਰੂ ਦੀ ਤਾਕਤ ਤੇ, ਗੁਰੂ ਦੀ ਕਲਹ ਤੇ, ਗੁਰੂ ਦੀ ਅਜ਼ਮਤ ਤੇ ਕਰਨਾ ਚਾਹੀਦਾ ਹੈ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਔਰੰਗਿਆ ਕਰਾਮਾਤਾਂ ਤੇ ਕਹਿਰ ਵਰਗੀਆਂ ਨੇ। ਪੀਰ ਸ਼ਾਹ ਕੋ ਚਹੀਅਤ ਨਾਹੀਂ। ਇਹ ਪੀਰਾਂ ਫਕੀਰਾਂ ਦਾ ਧਰਮ ਨਹੀਂ, ਪੀਰਾਂ ਫਕੀਰਾਂ ਦੀ ਮਰਿਆਦਾ ਨਹੀਂ ਕਿ ਪੀਰ ਫਕੀਰ ਸੰਸਾਰ ਦੇ ਤਖਤੇ ਦੇ ਉੱਤੇ ਕਰਾਮਾਤਾਂ ਵਿਖਾ ਕੇ ਲੋਕਾਂ ਨੂੰ ਆਪਣੇ ਮਗਰੇ ਲਾਉਣ। ਕਿਉਂਕਿ ਇਸੇ ਕਰਕੇ ਜਪਜੀ ਸਾਹਿਬ ਵਿੱਚ ਪੜ੍ਹਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕਹਿੰਦੇ ਭਾਵੇਂ ਕੋਈ 4 ਯੁੱਗਾਂ ਤੋਂ 10 ਗੁਣਾ ਵੱਧ ਆਪਣੀ ਉਮਰ ਵਧਾ ਲਵੇ, ਸਾਰੀ ਦੁਨੀਆ ਨੂੰ ਮਗਰੇ ਲਾ ਲਵੇ, ਬੜਾ ਸੋਹਣਾ ਨਾਂ ਧਰ ਲਵੇ, ਪਰ ਸੱਚ ਹੈ ਜੇ ਰੱਬ ਦੀ, ਪਰਮਾਤਮਾ ਦੀ, ਖੁਦਾ ਦੀ ਮਿਹਰ ਨਾ ਹੋਵੇ ਤੇ ਜ਼ੁਆਰੀਆਂ ਦੀ ਤਰ੍ਹਾਂ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਂਦਾ ਹੈ। ਸੋ ਧਰਮ ਦੇ ਰਾਹ ਤੇ, ਫਕੀਰੀ ਦੇ ਰਾਹ ਤੇ, ਇਬਾਦਤ ਦੇ ਰਾਹ ਤੇ ਜਿੰਨਾ ਬੰਦਾ ਗੁਪਤ ਹੋ ਕੇ ਚੱਲਦਾ ਖਾਲਸਾ ਜੀ ਓਨਾ ਭਲਾ ਹੁੰਦਾ ਹੈ। ਜਿੰਨਾ ਗੁਪਤ ਹੋ ਕੇ ਚੱਲਦਾ ਉਨੀ ਵੱਧ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਔਰੰਗਿਆ ਪੀਰਾਂ ਫਕੀਰਾਂ ਦੀ ਮਰਿਆਦਾ ਨਹੀਂ ਕਿ ਲੋਕਾਂ ਨੂੰ ਕਰਾਮਾਤਾਂ ਵਿਖਾ ਕੇ ਲੋਕਾਂ ਨੂੰ ਆਪਣੇ ਮਗਰੇ ਲਾਉਣ। ਕਹਿਰ ਹਟਾਵਣ ਕੋ ਕੀਓ ਦੋਊ। ਕਿਉਂਕਿ ਜੇ ਕਰਾਮਾਤਾਂ ਦੇ ਨਾਲ ਹੀ ਕਹਿਰ ਹਟਦੇ ਹੁੰਦੇ ਤੇ ਧਰਤੀ ਦੇ ਤਖਤੇ ਦੇ ਉੱਤੇ ਸਾਡੇ ਪੂਰਵਜਾਂ ਨੂੰ ਤਤੀਆਂ ਤਵੀਆਂ ਤੇ ਬੈਠ ਕਰਕੇ ਜ਼ੁਲਮ ਨੂੰ ਠੱਲ ਨਾ ਪਾਉਣੀ ਪੈਂਦੀ। ਪੀਰ ਫਕੀਰ ਕਹਿਰ ਚੈ ਖੋਊ। ਸੋ ਪੀਰਾਂ ਫਕੀਰ ਭਾਵੇਂ ਕਿ ਉਹ ਚਾਹੁੰਦੇ ਨੇ ਕਰਾਮਾਤਾਂ ਵਿਖਾਉਣੀਆਂ ਲੋਕ ਨੂੰ, ਪਰ ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਲਾਭ ਹੈ। ਸੋ ਫਕੀਰੀ ਦਾ ਰਾਹ ਕੀ ਹੈ? ਕਰ ਫੱਕਰ ਦਾਇਮ ਲਾਏ ਚਸ਼ਮੇ ਜਹ ਤਹਾਂ ਮੌਜੂਦ। ਫਕੀਰੀ ਦਾ ਰਾਹ ਹੈ ਜਦੋਂ ਫਕੀਰੀ ਦਾ ਚਸ਼ਮਾ ਅੱਖਾਂ ਦੇ ਉੱਤੇ ਲੱਗੇ ਤਾਂ ਖਾਲਸਾ ਜੀ ਹਰ ਇੱਕ ਦੇ ਵਿੱਚੋਂ ਰੱਬ ਦੀ ਜੋਤ ਨਜ਼ਰ ਆਵੇ। ਦੋਹਰਾ ਕਰਾਮਾਤ ਨਾਮ ਕਹਿ ਰਹਿ ਸੋ ਹਮ ਕਰਤੇ ਨਾ ਹੈ। ਔਰੰਗਿਆ ਕਰਾਮਾਤ ਕਹਿਰ ਦਾ ਨਾਮ ਹੈ, ਅਸੀਂ ਤੈਨੂੰ ਕਰਾਮਾਤ ਨਹੀਂ ਵਿਖਾਵਾਂਗੇ। ਹਮਰੇ ਉੱਪਰ ਤੁਮ ਕਰੋ ਤੋ ਤੁਏ ਭੁਖ ਤੋ ਪੁੱਛੇ ਖੁਦਾਏ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਹਮਰੇ ਉੱਪਰ ਤੁਮ ਕਰੋ ਤੋ ਤੋਹਿ ਪੁੱਛੇ ਖੁਦਾਏ। ਔਰੰਗਿਆ ਤੂੰ ਜਿਹੜੀ ਜ਼ੁਲਮੀ ਤਲਵਾਰ ਦੇ ਨਾਲ ਮਜ਼ਲੂਮਾਂ ਦੇ ਸਿਰ ਵੱਢਦਾ, ਲਿਆ ਆਪਣੀ ਉਹ ਜ਼ੁਲਮ ਦੀ ਤਲਵਾਰ ਕੱਢ ਤੇ ਇੱਕ ਵਾਰ ਮੇਰੇ ਸਿਰ ਦੇ ਉੱਤੇ ਉਹ ਜ਼ੁਲਮੀ ਤਲਵਾਰ ਚਲਾ ਕੇ ਵੇਖ। ਚੇਤੇ ਰੱਖੀ ਤੇਰਾ ਰਾਜ ਮਲੀਆ ਮੇਟ ਹੋਵੇਗਾ, ਤੇਰੇ ਰਾਜ ਦੀਆਂ ਜੜਾਂ ਪੱਟੀਆਂ ਜਾਣਗੀਆਂ ਤੇ ਔਰੰਗਿਆ ਖੁਦਾ ਦੀ ਦਰਗਾਹ ਵਿੱਚ ਤੈਨੂੰ ਪੁੱਠਾ ਟੰਗਿਆ ਜਾਵੇਗਾ। ਖਾਲਸਾ ਜੀ ਇਹ ਗੁਰੂ ਤੇਗ ਬਹਾਦਰ ਜੀ ਦੇ ਬਚਨ ਨੇ, ਇਹ ਸੱਚੀ ਗੱਲ ਹੈ। ਅੱਜ ਵੀ ਔਰੰਗਾਬਾਦ ਜਾਓ, ਔਰੰਗਜ਼ੇਬ ਦੀ ਕਬਰ ਤੇ ਦੀਵਾ ਬਾਲਣ ਵਾਲਾ ਨਹੀਂ, ਤੇ ਜਿਸ ਥਾਂ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਜੀ ਦਾ ਲਹੂ ਡੁੱਲਿਆ ਉੱਥੇ ਅੱਜ ਰਾਤ ਨੂੰ ਵੀ ਦਿਨ ਚੜਿਆ ਰਹਿੰਦਾ ਹੈ। ਸੰਗਤਾਂ ਦੀ ਗਿਣਤੀ ਨਹੀਂ ਕਿ ਇੱਕ ਦਿਨ ਦੇ ਵਿੱਚ ਲੱਖਾਂ ਹੀ ਸੰਗਤਾਂ ਉੱਥੇ ਨਮਸਕਾਰਾਂ ਕਰਦੀਆਂ ਨੇ। ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਬਾਦਸ਼ਾਹ ਦੀ ਅੱਖਾਂ ਵਿੱਚ ਅੱਖਾਂ ਪਾ ਕਰਕੇ, ਜਿਵੇਂ ਗੁਰੂ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ, ਅੱਜ ਧੰਨ ਗੁਰੂ ਤੇਗ ਬਹਾਦਰ ਨੇ ਵੀ ਦਿੱਲੀ ਦੇ ਤਖਤ ਨੂੰ, ਦਿੱਲੀ ਦੇ ਤਖਤ ਦੀ ਔਕਾਤ ਚੇਤੇ ਕਰਾ ਦਿੱਤੀ। ਚੌਪਈ ਤਬੇ ਨਰੰਗੇ ਗੁੱਸਾ ਕੀਆ। ਜਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਐਸੇ ਸੂਰਬੀਰਾਂ ਵਾਲੇ ਬਚਨ ਸੁਣੇ, ਕਹਿੰਦੇ ਔਰੰਗਾ ਉਹ ਦਿੱਲੀ ਦਾ ਝੂਠਾ ਬਾਦਸ਼ਾਹ ਗੁੱਸੇ ਵਿੱਚ ਆ ਗਿਆ, ਕ੍ਰੋਧ ਵਿੱਚ ਆ ਗਿਆ।
ਤੁਮ ਚਾਹਤ ਬਾਤਨ ਤੈ ਜੀਆ। ਧੰਨ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦਾ ਤੁਸੀਂ ਚਾਹੁੰਦੇ ਹੋ ਮੈਨੂੰ ਗੱਲਾਂ ਨਾਲ ਭਰਮਾਉਣਾ, ਪਰ ਮੈਂ ਗੱਲਾਂ ਦੇ ਜਾਲ ਵਿੱਚ, ਤੁਹਾਡੀਆਂ ਇਨ੍ਹਾਂ ਫੋਕੀਆਂ ਗੱਲਾਂ ਵਿੱਚ ਨਹੀਂ ਆਵਾਂਗਾ। ਅਕੇਤਾ ਹੋ ਤੂੰ ਮੁਸਲਮਾਨ। ਇਸ ਕਰਕੇ ਹੁਣ ਤੁਹਾਨੂੰ ਦੀਨੇ ਮਜ਼ਹਬ ਕਬੂਲ ਕਰਨਾ ਪਵੇਗਾ, ਇਸਲਾਮ ਮਤ ਵਿੱਚ ਆਉਣਾ ਪਵੇਗਾ। ਅਕੇਤਾ ਤੂੰ ਕਰ ਮਰਨ ਪ੍ਰਵਾਨ। ਤੇ ਜੇ ਦੀਨੇ ਮਜ਼ਹਬ ਕਬੂਲ ਨਹੀਂ, ਫਿਰ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਕਹਿਣ ਲੱਗਾ ਮਰਨਾ ਕਬੂਲ ਕਰ ਲਓ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਮੌਤ ਦੇ ਡਰਾਵੇ ਦੇ ਰਿਹਾ ਹੈ। ਮਾਰੋ ਮੁੰਦ ਤੋਏ ਕੱਚੇ ਚਾਮ। ਤੇ ਇੱਕ ਗੱਲ ਚੇਤੇ ਰੱਖਿਓ, ਤੁਹਾਨੂੰ ਸੁਖੈਲੀ ਮੌਤ ਨਹੀਂ ਦਵਾਂਗਾ। ਕਹਿੰਦਾ ਚੰਮ ਲਾ ਕਰਕੇ ਗਾਂ ਦਾ ਤੁਹਾਡੇ ਤਨ ਤੇ ਲਪੇਟ ਦਿਆਂਗਾ। ਧਰੋ ਧੂਪ ਤੋਏ ਮਦ ਦਰਾਮ। ਤੁਹਾਡੇ ਸਰੀਰ ਤੇ ਚਮੜਾ ਲਪੇਟ ਕਰਕੇ ਤੁਹਾਨੂੰ ਪੂਰੀ ਕਹਿਰੀ ਧੁੱਪ ਦੇ ਵਿੱਚ ਖੜਾ ਕਰ ਦਿਆਂਗਾ। ਜਿਮ ਜਿਮ ਤੁਮ ਵਹਿ ਧੂਪ ਸੁਕਾਏ। ਤੇ ਜਿਵੇਂ ਜਿਵੇਂ ਧੁੱਪ ਤੁਹਾਡੇ ਪਿੰਡੇ ਨੂੰ ਲੱਗੇਗੀ, ਤਿਮ ਤਿਮ ਤੁਮ ਕੋ ਮਿਲੇ ਸਜਾਏ। ਤਿਉਂ ਤਿਉਂ ਤੁਹਾਡੇ ਸਰੀਰ ਨੂੰ ਸੇਕਾ ਲੱਗੇਗਾ, ਗਰਮੀ ਲੱਗੇਗੀ, ਸਰੀਰ ਵਿੱਚ ਜਲਨ ਹੋਵੇਗੀ ਤੇ ਜਲਨ ਦੇ ਨਾਲ ਤੁਹਾਨੂੰ ਦੁੱਖ ਪਹੁੰਚੇਗਾ। ਖਾਲਸਾ ਜੀ ਵੇਖੋ, ਮੈਂ ਅਕਸਰ ਬੇਨਤੀ ਕਰਦਾ, ਬੜੀ ਕਿਰਪਾ ਕੀਤੀ ਸਤਿਗੁਰਾਂ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕਿ ਜਦੋਂ ਮਹਾਰਾਜ ਨੇ ਪਰਮਾਤਮਾ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਨੇ ਦੁਨੀਆ ਦੇ ਸਾਰੇ ਦੁੱਖ ਝੋਲੀ ਵਿੱਚ ਪਵਾ ਕਰਕੇ ਜੇ ਸੁੱਖ ਮੰਗਿਆ, ਤੇ ਮਹਾਰਾਜ ਨੇ ਆਪਣੇ ਪਰਿਵਾਰ ਲਈ ਨਹੀਂ ਮੰਗਿਆ। ਮਹਾਰਾਜ ਨੇ ਕਿਹਾ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਕਲਗੀਆਂ ਵਾਲੇ ਨੇ ਦੁਨੀਆ ਦੇ ਸਾਰੇ ਦੁੱਖ ਝੋਲੀ ਵਿੱਚ ਪਵਾ ਕੇ ਜੇ ਰੱਬ ਤੋਂ ਸੁੱਖ ਮੰਗਿਆ, ਰੱਬ ਤੋਂ ਸੁੱਖ ਮੰਗ ਕੇ ਵੀ ਸਿੱਖਾਂ ਸੇਵਕਾਂ ਦੀ ਝੋਲੀ ਵਿੱਚ ਪਾ ਦਿੱਤਾ। ਖਾਲਸਾ ਜੀ, ਧੰਨ ਗੁਰੂ ਤੇਗ ਬਹਾਦਰ ਜੀ ਨੂੰ ਐਸੇ ਤਸੀਹੇ ਦਿੱਤੇ ਜਾ ਰਹੇ ਸਨ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਜਿਸ ਪਿੰਜਰੇ ਵਿੱਚ ਵੀ ਰੱਖਿਆ ਸੀ, ਉਸ ਪਿੰਜਰੇ ਦੇ ਕਿੱਲ ਵੀ ਅੰਦਰ ਨੂੰ ਮੋੜੇ ਸਨ ਕਿ ਨਾ ਸਤਿਗੁਰੂ ਸਹੀ ਤਰ੍ਹਾਂ ਖੜ ਸਕਣ, ਨਾ ਸਹੀ ਤਰ੍ਹਾਂ ਬੈਠ ਸਕਣ। ਤੇ ਜਦੋਂ ਹਿਲਜੁਲ ਹੁੰਦੀ ਸੀ, ਸਰੀਰ ਵਿੱਚੋਂ ਲਹੂ ਨਿਕਲਦਾ ਸੀ, ਖੂਨ ਨਿਕਲਦਾ ਸੀ ਤੇ ਜ਼ਖਮ ਹੁੰਦੇ ਸੀ, ਉਹਨਾਂ ਜ਼ਖਮਾਂ ਦੇ ਉੱਤੇ ਲੂਣ ਛਿੜਕ ਕੇ ਦੁਬਾਰਾ ਫਿਰ ਔਰੰਗਾ ਪੁੱਛਦਾ ਸੀ ਕਿ ਦੀਨੇ ਮਜ਼ਹਬ ਕਬੂਲ ਹੈ। ਪਰ ਜੇ ਸਤਿਗੁਰੂ ਨੇ ਆਪਣੇ ਤਨ ਦੇ ਉੱਤੇ, ਸਰੀਰ ਤੇ ਐਸੇ ਤਸੀਹੇ ਸਹਾਰੇ, ਖਾਲਸਾ ਜੀ ਕਿੰਨਾ ਵਾਸਤੇ? ਉਹ ਇਸ ਵਾਸਤੇ ਕਿ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਸੁਖੀ ਸੁਖੀ ਰਹਿ ਸਕੀਏ। ਸੋ ਸਤਿਗੁਰੂ ਨੂੰ ਸਦਾ ਚੇਤੇ ਰੱਖਣਾ ਚਾਹੀਦਾ, ਭੁੱਲਣਾ ਨਹੀਂ ਚਾਹੀਦਾ। ਗੁਰੂ ਆਖਾਏ ਲੁੱਟ ਖਾਇਓ ਜਹਾਨ। ਔਰੰਗਾ ਬਾਦਸ਼ਾਹ ਬੜੀ ਭੱਦੀ ਸ਼ਬਦਾਵਲੀ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਬੋਲਦਾ ਹੈ ਕਿ ਤੁਸੀਂ ਗੁਰੂ ਅਖਵਾ ਕਰਕੇ ਸਾਰਾ ਜਹਾਨ ਲੁੱਟਿਆ। ਇਸ ਤਰ੍ਹਾਂ ਦੀਆਂ ਬਾਤਾਂ, ਕਿਉਂਕਿ ਜਦੋਂ ਜਹਾਂਗੀਰ ਨੇ ਵੀ ਧੰਨ ਗੁਰੂ ਅਰਜਨ ਦੇਵ ਜੀ ਦੀ ਗ੍ਰਿਫਤਾਰੀ ਦੇ ਆਦੇਸ਼ ਭੇਜੇ, ਉਹਨੇ ਵੀ ਇਹੀ ਗੱਲ ਆਪਣੀ ਫਾਰਸੀ ਭਾਸ਼ਾ ਵਿੱਚ ਲਿਖੀ, ਅਸ਼ਹ ਚਹਾਰ ਪੁਸ਼ਤਊਈ ਦੁਕਾਨ ਰਾ ਗਰਮ ਮਦਾਸ਼ ਤੰਦ, ਕਿ ਉਸ ਗੁਰੂ ਨੂੰ ਪਕੜ ਕੇ ਲਿਆਵੋ ਜੋ ਗੁਰੂ ਅਰਜਨ ਦੇਵ ਦੁਨੀਆ ਦੇ ਤਖਤੇ ਤੇ ਝੂਠ ਦੀ ਦੁਕਾਨ ਚਲਾ ਕੇ ਲੋਕਾਂ ਨੂੰ ਭਰਮਾ ਰਿਹਾ। ਇਹੋ ਜੀਆਂ ਗੱਲਾਂ ਹੁਕੂਮਤਾਂ, ਸਰਕਾਰਾਂ, ਦੁਨੀਆ ਦੇ ਝੂਠੇ ਬਾਦਸ਼ਾਹ ਇਸ ਸੱਚੇ ਪਾਤਸ਼ਾਹ ਵਾਸਤੇ ਕਰਦੇ ਸਨ। ਇਸੇ ਕਰਕੇ ਕਿਹਾ ਬਾਬੇ ਕੇ ਬਾਬਰ ਕੇ ਦਊ, ਆਪ ਕਰੇ ਪਰਮੇਸ਼ਰ ਸਊ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਦਿੱਲੀ ਦੀ ਤਖਤ ਦੀ, ਦਿੱਲੀ ਦੇ ਤਖਤ ਦੀ ਤੇ ਅਕਾਲ ਦੇ ਤਖਤ ਦੀ ਟੱਕਰ ਤੇ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ। ਖਾਲਸਾ ਜੀ, ਅੱਜ ਦਿੱਲੀ ਦਾ ਝੂਠਾ ਬਾਦਸ਼ਾਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਾਰੇ ਐਸੀ ਭੱਦੀ ਸ਼ਬਦਾਵਲੀ ਬੋਲਦਾ ਹੈ। ਅਬ ਹੋ ਮਤ ਨੈ ਕਿਮ ਮੁਸਲਮਾਨ। ਧੰਨ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦਾ ਮੈਂ ਵੀ ਵੇਖਦਾ ਤੁਸੀਂ ਕਿਸ ਤਰ੍ਹਾਂ ਦੀਨੇ ਮਜ਼ਹਬ ਕਬੂਲ ਨਹੀਂ ਕਰਦੇ। ਕਿਆ ਮੁਸਲਮਾਨ ਸੰਭ ਹਿੰਦੂ ਨਾ ਨਾਹੇ। ਧੰਨ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਕਹਿੰਦਾ ਮੈਨੂੰ ਇਹ ਦੱਸੋ ਵੀ ਮੁਸਲਮਾਨਾਂ ਤੇ ਵਿੱਚ ਤੇ ਹਿੰਦੂਆਂ ਵਿੱਚ ਕੀ ਫਰਕ ਹੈ? ਹਮ ਤੈ ਤੁਮ ਜਿਮ ਨੱਠ ਨੱਠ ਜਾਹੇ। ਮੁਸਲਮਾਨ ਤੇ ਫਿਰ ਵੀ ਉਹਨਾਂ ਨਾਲੋਂ ਵੱਧ ਤਾਕਤਵਰੀ ਹੋਣਗੇ ਤੇ ਤੁਸੀਂ ਸਾਡੇ ਤੋਂ ਨੱਠ ਨੱਠ ਕੇ ਦੂਰ ਜਾ ਰਹੇ ਹੋ, ਕਿਉਂ ਦੀਨੇ ਮਜ਼ਹਬ ਕਬੂਲ ਨਹੀਂ ਕਰ ਰਹੇ? ਤਬ ਸਤਿਗੁਰ ਮਨ ਕੀਓ ਵਿਚਾਰਾ। ਤਾਂ ਉਸ ਵਕਤ ਧੰਨ ਗੁਰੂ ਤੇਗ ਬਹਾਦਰ ਜੀ ਮਨ ਦੇ ਵਿੱਚ ਵਿਚਾਰ ਕਰਦੇ ਨੇ, ਆਏ ਪੁਜਿਓ ਹੈ ਵਕਤ ਹਮਾਰਾ। ਧੰਨ ਗੁਰੂ ਤੇਗ ਬਹਾਦਰ ਜੀ ਨੇ ਉਦੋਂ ਸੋਚ ਲਿਆ, ਸੀਸ ਹੈ ਸੁਪਨਾ ਇਸੇ ਅੰਤ ਹੈ ਜਾਣਾ,
ਜੋ ਹੋਏ ਰਜਾਏ ਸਾਈਂ ਦੀ, ਸੋ ਹੋਵੇ ਉਸ ਦਾ ਭਾਣਾ। ਕਿ ਇਹ ਸੀਸ ਤੇ ਸੁਪਨਾ ਹੈ, ਇਸੇ ਅੰਤ ਨੂੰ ਜਾਣਾ ਹੀ ਜਾਣਾ ਹੈ। ਧੰਨ ਗੁਰੂ ਤੇਗ ਬਹਾਦਰ ਜੀ ਨੇ ਮਨ ਵਿੱਚ ਵਿਚਾਰ ਕਰ ਲਈ ਕਿ ਜਿਸ ਕਾਰਜ ਵਾਸਤੇ ਆਏ ਆ, ਸਿਰ ਧੜ ਦੀ ਬਾਜੀ ਲਾਉਣ ਆਏ ਆ, ਹੁਣ ਉਹ ਸਮਾਂ ਨਜ਼ਦੀਕ ਆ ਗਿਆ ਹੈ। ਜਿਸੇ ਵਕਤ ਹਮ ਟੋਲ ਤੇ ਆਏ। ਧੰਨ ਗੁਰੂ ਤੇਗ ਬਹਾਦਰ ਜੀ ਮਨ ਵਿੱਚ ਸੋਚਦੇ ਆ ਕਿ ਜਿਸ ਵਕਤ ਦੀ, ਜਿਸ ਸਮੇਂ ਦੀ ਤਲਾਸ਼ ਵਿੱਚ ਆਨੰਦਪੁਰ ਸਾਹਿਬ ਤੋਂ ਚੱਲ ਕੇ ਆਏ ਸਾਂ, ਉਹ ਸਮਾਂ ਹੁਣ ਆ ਗਿਆ ਹੈ। ਉਹ ਵਕਤ ਹਮ ਭਿਓ ਲੁਭਾਏ। ਉਹ ਸਮਾਂ ਤੇ ਸਾਡੇ ਸਾਹਮਣੇ ਆ ਕੇ ਖੜ ਚੁੱਕਿਆ ਹੈ। ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੋ ਮੁਬਾਰਕ ਬਚਨ ਨੇ ਕਿ ਚਿੰਤਾ ਤਾਕੀ ਕੀਜੀਏ ਜੋ ਅਨਹੋਣੀ ਹੋਏ। ਅਨਹੋਣੀ ਉਹਨੂੰ ਕਹਿੰਦੇ ਨੇ, ਹੋਣੀ ਉਹ ਜਿਹੜੀ ਹੋ ਗਈ ਹੈ। ਅਨਹੋਣੀ ਹੋ ਖਾਲਸਾ ਜੀ ਜਿਹਨੂੰ ਹੋਣ ਤੋਂ ਕੋਈ ਰੋਕ ਨਹੀਂ ਸਕਦਾ, ਜਿਹੜੀ ਸੰਸਾਰ ਦੇ ਤਖਤੇ ਤੇ ਹੋਣੀ ਹੀ ਹੋਣੀ ਹੈ। ਭਾਵ ਜੋ ਪ੍ਰਮਾਤਮਾ ਦਾ, ਰੱਬ ਹੈ ਦਾ ਹੁਕਮ ਹੈ, ਖੁਦਾ ਦਾ ਹੁਕਮ ਹੈ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਚਿੰਤਾ ਉਹਦੀ ਕਰਨੀ ਚਾਹੀਦੀ ਹੈ ਜਿਹੜੀ ਰੱਬ ਦੇ ਹੁਕਮ ਤੋਂ ਬਿਨਾਂ ਹੋਣੀ ਹੋਵੇ। ਜੇ ਸਭ ਕੁਝ ਦੁਨੀਆ ਦੇ ਤਖਤੇ ਤੇ ਰੱਬ ਦੇ ਹੁਕਮ ਵਿੱਚ ਹੁੰਦਾ ਹੈ, ਫਿਰ ਇਨਸਾਨ ਨੂੰ, ਰੱਬ ਦੇ ਬਣਾਏ ਬੰਦੇ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਕਿਉਂਕਿ ਸੰਸਾਰ ਦੇ ਤਖਤੇ ਦੇ ਉੱਤੇ, ਸੰਸਾਰ ਦੇ ਮਾਰਗ ਦੇ ਉੱਤੇ ਕੋਈ ਵੀ ਸੱਜਣ ਸਦਾ ਵਾਸਤੇ ਟਿਕਿਆ ਨਹੀਂ। ਇਹ ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਮਮਸਰ ਮੁਏ ਇਜ਼ਰਾਈਲ ਗਿਰਫਤੇ ਦਿਲ ਹੇਚ ਨਾ ਦਾਨੀ। ਇਹ ਸੰਸਾਰ ਦੇ ਤਖਤੇ ਤੋਂ ਸਭਨਾਂ ਨੇ ਇੱਕ ਦਿਨ ਜਾਣਾ ਹੀ ਜਾਣਾ ਹੈ। ਦੋਹਰਾ ਤਬ ਸਤਿਗੁਰੂ ਜੀ ਜਾਣਿਓ, ਸਮਾਂ ਪਹੁੰਚਿਓ ਆਏ। ਸੋ ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਜਾਣ ਲਿਆ ਕਿ ਹੁਣ ਸ਼ਹਾਦਤਾਂ ਪਾਉਣ ਦਾ, ਸਿਰ ਧੜ ਦੀ ਬਾਜੀ ਲਾਉਣ ਦਾ ਸਮਾਂ ਆ ਗਿਆ ਹੈ। ਸੋ ਅਬ ਢੀਲ ਨਾ ਚਾਹੀਏ, ਇਹ ਸਿਰ ਸੀਸ ਲਗਾਏ। ਧੰਨ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਹੁਣ ਢਿੱਲ ਨਹੀਂ ਕਰਨੀ ਚਾਹੀਦੀ, ਬਲਕਿ ਇਸ ਸਿਰ ਨੂੰ ਧਰਮ ਦੇ ਲੇਖੇ ਲਾ ਦੇਣਾ ਚਾਹੀਦਾ ਹੈ। ਚੌਪਈ ਤਬ ਸਤਿਗੁਰ ਨੇ ਐਸੇ ਉਚਾਰਾ। ਤਾਂ ਉਸ ਵਕਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਔਰੰਗਜ਼ੇਬ ਬਾਦਸ਼ਾਹ ਵੱਲ ਵੇਖਦੇ ਹੋਏ ਬਚਨ ਕਰਦੇ ਨੇ, ਹਮਰਾ ਇਸ਼ਟ ਦੇਖੋ ਤੁਮ ਭਾਰਾ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ, ਔਰੰਗਿਆ ਤੈਨੂੰ ਆਪਣੀ ਤਲਵਾਰ ਤੇ ਆਪਣੀ ਇਸ ਤੇਗ ਤੇ ਮਾਣ ਹੈ, ਪਰ ਤੂੰ ਇੱਕ ਵਾਰ ਮੇਰੇ ਇਸ਼ਟ ਵੱਲ ਵੇਖ। ਮੇਰਾ ਇਸ਼ਟ ਅਕਾਲ ਪੁਰਖ ਵੀ ਬੜਾ ਭਾਰੀ ਇਸ਼ਟ ਹੈ। ਕਰਾਮਾਤ ਹਮ ਐਸੇ ਦਿਖਾਈ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਮੈਂ ਵੀ ਇੱਕ ਕਰਾਮਾਤ ਫਿਰ ਤੈਨੂੰ ਵਿਖਾਉਣੀ ਕਰਦਾ ਹਾਂ। ਹਮਰਾ ਸਿਰ ਤੋਂ ਪਾਵੇ ਨਹੀਂ। ਜਦੋਂ ਮੇਰਾ ਸਿਰ ਧੜ ਤੋਂ ਜੁਦਾ ਹੋਵੇਗਾ, ਉਹ ਰੰਗਿਆ ਮੇਰਾ ਸਿਰ ਤੈਨੂੰ ਨਜ਼ਰ ਹੀ ਨਹੀਂ ਆਵੇਗਾ। ਹਮਰੇ ਸਿਰ ਕੋ ਤੇਗ ਲਗਈਐ। ਜਦੋਂ ਤੇਰੀ ਤੇਗ, ਤੇਰੀ ਤਲਵਾਰ ਮੇਰੇ ਸਿਰ ਨੂੰ ਛੂ ਜਾਵੇਗੀ। ਕਟੇ ਨ ਸੋ ਕਰਮਾਤ ਦਿਖਈਐ। ਤੇ ਜਦੋਂ ਕੱਟ ਕੇ ਸਿਰ ਧਰਤੀ ਦੇ ਤਖਤੇ ਤੇ ਧਰਤੀ ਤੇ ਡਿੱਗੇਗਾ, ਚੇਤੇ ਰੱਖੀ ਇਹ ਮੇਰਾ ਸਿਰ ਤੇਰੇ ਰਾਖੀ ਵਿੱਚ, ਤੇਰੇ ਕੋਲ ਨਹੀਂ ਆਵੇਗਾ, ਬਲਕਿ ਮੇਰਾ ਸਿਰ ਤੇਰੇ ਨਜ਼ਰ ਹੀ ਨਹੀਂ ਆਵੇਗਾ, ਤੂੰ ਲੱਭਦਾ ਰਹਿ ਜਾਵੇਂਗਾ। ਤਲਵਾਰ ਤਿੱਖੀ ਕੋ ਲਿਆਇਓ ਬੇਸ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਔਰੰਗਜ਼ੇਬ ਬਾਦਸ਼ਾਹ ਨੂੰ ਇੱਕ ਟੀਚਰ ਵੀ ਕਰਦੇ ਆ, ਔਰੰਗਿਆ ਜੇ ਹੁਣ ਮੇਰਾ ਸਿਰ ਵੱਢਣਾ ਹੈ, ਫਿਰ ਕੋਈ ਤਿੱਖੀ ਤਲਵਾਰ ਕੱਢ ਕੇ ਲਿਆਵੀਂ ਜਿਹਨੂੰ ਧਾਰ ਲੱਗੀ ਹੋਵੇ, ਤਿੱਖੀ ਜਿਹੀ ਤਲਵਾਰ ਕੱਢ ਕੇ ਲਿਆ। ਚਲਤ ਪਿਓ ਜੋ ਕਟਤ ਹਮੇਸ਼। ਜਿਹੜੀ ਜ਼ੁਲਮਾਂ ਦੇ ਸਿਰ ਵੱਢਦੀ ਪਈ ਐ ਸਦੀਆਂ ਤੋਂ, ਉਹ ਤਲਵਾਰ ਨੂੰ ਲਿਆ, ਕਿਉਂਕਿ ਜਦੋਂ ਉਸ ਤਲਵਾਰ ਨੂੰ ਸਾਡੇ ਤਨ ਦਾ ਲਹੂ ਲੱਗੇਗਾ, ਚੇਤੇ ਰੱਖੀ ਦੁਬਾਰਾ ਉਹ ਤਲਵਾਰ ਜ਼ੁਲਮ ਕਰਨ ਵਾਸਤੇ ਤੇਰੀ ਮਿਆਨ ਚੋਂ ਬਾਹਰ ਨਹੀਂ ਨਿਕਲੇਗੀ। ਦੋਹਰਾ ਐਸੇ ਐਸੇ ਬਚਨ ਕਹਿ, ਗੁਰੂ ਬੈਠੇ ਚੌਂਕੀ ਨਾਹਿ। ਖਾਲਸਾ ਜੀ ਦਿੱਲੀ ਦੇ ਤਖਤ ਦੇ ਸਾਹਮਣੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਚੌਂਕੜਾ ਲਾ ਕਰਕੇ ਐਸੇ ਐਸੇ ਸੂਰਬੀਰਾਂ ਵਾਲੇ ਬਚਨ ਕਰਦੇ ਨੇ। ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਜੀਵਨ ਦੇ ਵਿੱਚ ਬੜੇ ਨਿਮਰਤਾ ਸੁਭਾਅ ਵਾਲੇ, ਵਿਰਾਗਮਈ ਸੁਭਾਅ ਵਾਲੇ ਸਨ। ਸੱਚੇ ਪਾਤਸ਼ਾਹ ਜਦੋਂ ਗੁਰੂ ਦਰਬਾਰ ਵਿੱਚ ਆਉਂਦੇ ਸੀ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਨੇਤਰ ਸਦਾ ਗੁਰੂ ਚਰਨਾਂ ਵਿੱਚ ਟਿਕੇ ਰਿਹਾ ਕਰਦੇ। ਮਹਾਰਾਜ ਦੇ ਨੇਤਰ ਨੀਵੇਂ ਰਹਿਣੇ, ਨੇਤਰਾਂ ਵਿੱਚ ਵੈਰਾਗ ਰਹਿਣਾ,
ਤੇ ਖਾਲਸਾ ਜੀ ਕਿਸੇ ਦੇ ਨਾਲ ਬਹੁਤਾ ਬੋਲਚਾਲ ਵੀ ਨਹੀਂ ਸਨ ਰੱਖਿਆ ਕਰਦੇ ਤੇ ਸੰਗਤ ਵਿੱਚ ਆ ਕੇ ਸਭ ਤੋਂ ਪਿੱਛੇ ਬੈਠਿਆ ਕਰਨਾ। ਕਹਿੰਦੇ ਇੱਕ ਦਿਨ ਸੰਗਤ ਵਿੱਚੋਂ ਕਿਸੇ ਸੱਜਣ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਲਾਲ ਜੀ ਤੁਸੀਂ ਗੁਰੂ ਕੇ ਸਾਹਿਬਜ਼ਾਦੇ ਹੋ, ਗੁਰੂ ਕੇ ਲਖਤੇ ਜਿਗਰ ਹੋ। ਦੂਸਰੇ ਸਾਹਿਬਜ਼ਾਦੇ ਵੀ ਸੰਗਤਾਂ ਨਾਲ ਬੋਲ ਚਾਲ ਰੱਖਦੇ ਨੇ, ਮਸੰਦਾਂ ਨਾਲ ਵੀ ਬੋਲ ਚਾਲ ਰੱਖਦੇ ਨੇ, ਭੇਟਾਵਾਂ ਲੈਂਦੇ ਨੇ, ਪਰ ਤੁਸੀਂ ਕਿਸੇ ਨਾਲ ਬਹੁਤਾ ਬੋਲ ਚਾਲ ਨਹੀਂ ਰੱਖਦੇ। ਕਿ ਤੁਹਾਨੂੰ ਭੇਟਾਵਾਂ ਨਹੀਂ ਚਾਹੀਦੀਆਂ, ਸੰਸਾਰ ਦੇ ਪਦਾਰਥ ਨਹੀਂ ਚਾਹੀਦੇ। ਗੁਰੂ ਤੇਗ ਬਹਾਦਰ ਜੀ ਦੇ ਨੇਤਰਾਂ ਵਿੱਚ ਜਲ ਭਰਿਆ ਸੀ। ਮਹਾਰਾਜ ਕਹਿਣ ਲੱਗੇ, ਵੀਰਿਆ ਮੇਰਾ ਗੁਰੂ ਨਾਨਕ ਗਰੀਬਾਂ ਨੂੰ ਨਵਾਜਦਾ ਹੈ, ਜੇ ਮੈਂ ਗਰੀਬ ਹੋਵਾਂਗਾ ਤਾਂ ਹੀ ਤੇ ਆ ਕੇ ਗੁਰੂ ਨਾਨਕ ਮੈਨੂੰ ਨਵਾਜੇਗਾ। ਇਸ ਤਰ੍ਹਾਂ ਦੇ ਪਿਆਰ ਵਰੇ, ਇਸ ਤਰ੍ਹਾਂ ਦੇ ਵਿਰਾਗਮਈ ਬਚਨ ਅਕਸਰ ਕਰਿਆ ਕਰਦੇ ਸਨ। ਤੇ ਇਤਿਹਾਸ ਵਿੱਚ ਆਉਂਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਜੀਵਨ ਦੇ ਵਿੱਚ ਬਹੁਤ ਘੱਟ ਹੱਸੇ ਨੇ, ਬਹੁਤ ਘੱਟ ਮੁਸਕਰਾਏ, ਸਦਾ ਵਿਰਾਗ ਚਿਤ ਉਪਰਾਮ ਚਿਤ ਰਿਹਾ ਕਰਦੇ। ਪਰ ਜਦੋਂ ਦਿੱਲੀ ਦੇ ਤਖਤ ਦੇ ਸਾਹਮਣੇ ਖਾਲਸਾ ਜੀ ਚੌਂਕੜਾ ਲਾਇਆ, ਜਦੋਂ ਔਰੰਗਜ਼ੇਬ ਬਾਦਸ਼ਾਹ ਮੌਤ ਦੇ ਡਰਾਵੇ ਦੇ ਰਿਹਾ ਹੈ, ਉਸ ਵਕਤ ਗੁਰੂ ਤੇਗ ਬਹਾਦਰ ਜੀ ਖਿੜਖੜਾ ਕੇ ਹੱਸੇ ਤੇ ਦਿੱਲੀ ਦੇ ਝੂਠੇ ਬਾਦਸ਼ਾਹ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਕਿ ਔਰੰਗਿਆ ਤੇਰੀ ਤਲਵਾਰ ਸਦੀਆਂ ਤੋਂ ਜ਼ੁਲਮ ਕਰ ਰਹੀ ਹੈ, ਪਰ ਚੇਤੇ ਰੱਖੀ ਅੱਜ ਜਦੋਂ ਸਾਡਾ ਸਿਰ ਧੜ ਤੋਂ ਜੁਦਾ ਹੋਵੇਗਾ, ਤੇਰੀ ਤਲਵਾਰ ਦੁਬਾਰਾ ਜ਼ੁਲਮ ਕਰਨ ਵਾਸਤੇ ਮਿਆਨ ਵਿੱਚੋਂ ਬਾਹਰ ਨਹੀਂ ਆਵੇਗੀ। ਤੇਗ ਲਗਵਾਈ ਸੀਸ ਨਿਜ ਐਸੇ ਛਲ ਕੇ ਦਾਏ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕੀਤੇ, ਮਹਾਰਾਜ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਦੀ ਜ਼ੁਲਮੀ ਤਲਵਾਰ ਜਦੋਂ ਆਪਣੇ ਸਿਰ ਦੇ ਉੱਤੇ ਚਲਵਾਉਣੀ ਕੀਤੀ, ਕਹਿੰਦੇ ਮਹਾਰਾਜ ਨੇ ਦਿੱਲੀ ਦੇ ਬਾਦਸ਼ਾਹ ਨੂੰ ਇਸ ਤਰ੍ਹਾਂ ਛਲਿਆ ਹੈ ਚੌਪਈ ਸੀਸ ਦਿਓ ਪਰ ਸਿਰ ਨਾ ਦਿਓ। ਕਿ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਸਿਰ ਤੇ ਦੇ ਦਿੱਤਾ ਖਾਲਸਾ ਜੀ, ਪਰ ਸੱਚੇ ਪਾਤਸ਼ਾਹ ਜੀ ਨੇ ਸਿਰ ਨਾ ਦਿੱਤਾ। ਮਹਾਰਾਜ ਨੇ ਧਰਮ ਨਹੀਂ ਛੱਡਿਆ, ਸੱਚ ਤੇ ਪਹਿਰਾ ਦੇਣਾ ਨਹੀਂ ਛੱਡਿਆ। ਧੰਨ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਪੰਕਤੀਆਂ ਦੀ ਵਿਆਖਿਆ ਕੀਤੀ, ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦਵਾਰ। ਸੱਚਮੁੱਚ ਖਾਲਸਾ ਜੀ ਜੇ ਮਰਨ ਦਾ ਚਾਅ ਕਿਸੇ ਨੇ ਵੇਖਣਾ ਹੋਵੇ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚ ਵੇਖ ਸਕਦਾ ਹੈ। ਖਾਲਸਾ ਜੀ ਸੱਚੇ ਪਾਤਸ਼ਾਹ ਜੀ ਨੇ ਸਿਰ ਦੇ ਦਿੱਤਾ, ਪਰ ਮਹਾਰਾਜ ਨੇ ਸਿਰ ਨਾ ਛੱਡਿਆ। ਆਪਣੇ ਧਰਮ ਕਰਮ ਰੱਖ ਲਿਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਰਪਾ ਕਰਕੇ ਭਾਰਤ ਦੀ ਧਰਤੀ ਦਾ, ਭਾਰਤ ਦੇਸ਼ ਦੇ ਧਰਮ ਨੂੰ ਬਚਾ ਲਿਆ, ਉਹਨਾਂ ਦੇ ਧਰਮ ਦੀ ਮਰਿਆਦਾਵਾਂ ਨੂੰ ਬਹਾਲ ਕਰ ਦਿੱਤਾ। ਚਰਮ ਕੱਚੇ ਤੇ ਸਰੀਰ ਬਚਾਇਓ। ਕਹਿੰਦੇ ਔਰੰਗਾ ਤੇ ਦੁਨੀਆ ਦੇ ਲੋਕ ਚਾਹੁੰਦੇ ਨੇ ਸਦਾ ਇਸ ਮਿੱਟੀ ਦੇ ਕੱਚੇ ਚੰਮ ਦੇ ਵਿੱਚ ਬੱਝੇ ਰਹਿਣਾ, ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਿੱਟੀ ਦੇ ਕੱਚੇ ਚੰਮ ਦੇ ਵਿੱਚ ਬੱਝੇ ਨਹੀਂ ਰਹੇ। ਭਾਵ ਉਹ ਗੁਰੂ ਕੀ ਜੋਤ ਹੈ, ਭਾਵੇਂ ਕਿ ਸਰੀਰ ਕਰਕੇ ਵਰਤੀ ਖਾਲਸਾ ਜੀ, ਪਰ ਸਰੀਰ ਤੋਂ ਬਾਹਰ ਆ ਕੇ ਵੀ ਗੁਰੂ ਕੀ ਜੋਤ ਸਦਾ ਪ੍ਰਕਾਸ਼ਮਾਨ ਹੋ ਰਹੀ ਹੈ। ਅੱਜ ਵੀ ਉਹ ਗੁਰੂ ਕੀ ਜੋਤ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਬੈਠ ਕੇ ਰੋਜ਼ਾਨਾ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਹੁਕਮ ਦਿੰਦੀ ਹੈ। ਤੇ ਜਦੋਂ ਮੈਂ ਸੀਸਗੰਜ ਸਾਹਿਬ ਜਾਣਾ, ਮੈਂ ਅਕਸਰ ਇੱਕ ਗੱਲ ਨੂੰ ਭਵ ਕਰਦਾ ਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਆਏ ਤੇ ਦਿੱਲੀ ਦਾ ਝੂਠਾ ਬਾਦਸ਼ਾਹ ਦਿੱਲੀ ਦੇ ਤਖਤ ਲਾਲ ਕਿਲੇ ਤੋਂ ਹੁਕਮ ਰੋਜ਼ਾਨਾ ਸੁਣਾਉਂਦਾ ਹੋਵੇਗਾ, ਗੁਰੂ ਤੇਗ ਬਹਾਦਰ ਜੀ ਨੂੰ ਮੌਤ ਦੇ ਡਰਾਵੇ ਦਿੰਦਾ ਹੋਵੇਗਾ, ਤੇ ਜਦੋਂ ਮਹਾਰਾਜ ਦਾ ਸਿਰ ਧੜ ਤੋਂ ਜੁਦਾ ਵੀ ਕੀਤਾ ਹੋਵੇਗਾ ਖਾਲਸਾ ਜੀ, ਉਦੋਂ ਸੋਚਦਾ ਹੋਵੇਗਾ ਮੈਂ ਗੁਰੂ ਤੇਗ ਬਹਾਦਰ ਜੀ ਦੀ ਆਵਾਜ਼ ਸਦਾ ਸਦਾ ਲਈ ਬੰਦ ਕਰ ਦਿੱਤੀ ਹੈ। ਪਰ ਵੇਖੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਰਾਮਾਤ, ਧੰਨ ਗੁਰੂ ਤੇਗ ਬਹਾਦਰ ਜੀ ਦੀ ਵਡਿਆਈ ਕਿ ਜਿਸ ਲਾਲ ਕਿਲੇ ਤੋਂ ਗੁਰੂ ਤੇਗ ਬਹਾਦਰ ਜੀ ਨੂੰ ਖਤਮ ਕਰਨ ਦੇ ਹੁਕਮ ਜਾਰੀ ਹੋਏ ਸੀ, ਅੱਜ ਉਸ ਲਾਲ ਕਿਲੇ ਦੀਆਂ ਕੰਧਾਂ ਤੇ ਸੁਨੀਆਂ ਪਈਆਂ, ਪਰ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਦਾ ਸਿਰ ਧੜ ਤੋਂ ਜੁਦਾ ਹੋਇਆ, ਉੱਥੇ ਅੱਜ ਵੀ ਸੰਗਤਾਂ ਨਮਸਕਾਰਾਂ ਕਰਦੀਆਂ। ਤੇ ਅੱਜ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਤਖਤ ਤੇ ਸੁਭਾਇਮਾਨ ਹੋ ਕਰਕੇ ਸੰਗਤਾਂ ਨੂੰ ਰੋਜ਼ਾਨਾ ਹੁਕਮ ਜਾਰੀ ਕਰਕੇ ਜੀਵਨ ਦੇ ਵਿੱਚ ਬਦਲਾਵ ਲਿਆਉਣ ਵਾਸਤੇ ਉਪਦੇਸ਼ ਕਰਦੇ ਨੇ। ਭਾਵ ਗੁਰੂ ਨੂੰ ਖਤਮ ਕਰਨ ਵਾਲੇ ਦਾ ਨਾਮੋ ਨਿਸ਼ਾਨ ਨਹੀਂ, ਪਰ ਜਿਸ ਥਾਂ ਦੇ ਉੱਤੇ ਗੁਰੂ ਦੇ ਤਨ ਦਾ ਲਹੂ ਡੁੱਲਿਆ, ਉੱਥੇ ਅੱਜ ਵੀ ਗੁਰੂ ਕੇ ਨਿਸ਼ਾਨ ਝੁੱਲ ਰਹੇ ਨੇ। ਖਾਲਸਾ ਜੀ ਧੰਨ
ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਇਹ ਕਰਾਮਾਤ ਅੱਜ ਵੀ ਸਾਨੂੰ ਨਜ਼ਰੀ ਆਵੇਗੀ। ਤੁਰਕਨ ਕੈ ਸਿਰ ਸੀਸ ਲਗਾਇਓ। ਧੰਨ ਗੁਰੂ ਤੇਗ ਬਹਾਦਰ ਜੀ ਨੇ ਕੇਵਲ ਸਿਰ ਹੀ ਨਹੀਂ ਧੜ ਤੋਂ ਜੁਦਾ ਹੋਇਆ, ਸੱਚੇ ਪਾਤਸ਼ਾਹ ਨੇ ਕੇਵਲ ਸਿਰ ਧੜ ਦੀ ਬਾਜੀ ਨਹੀਂ ਲਾਈ, ਬਲਕਿ ਤੁਰਕਾਂ ਦੀ ਮੁਗਲ ਰਾਜ ਨੂੰ ਮਲੀਆ ਮੇਟ ਕਰ ਦਿੱਤਾ, ਮੁਗਲ ਰਾਜ ਦੀਆਂ ਜੜ੍ਹਾਂ ਉਖੇੜ ਦਿੱਤੀਆਂ। ਉਨ ਮੂੜਨ ਯੈ ਕਲਾ ਨ ਜਾਣੀ। ਕਿ ਉਹਨਾਂ ਮੂਰਖਾਂ ਨੂੰ ਕੀ ਪਤਾ ਸੀ ਕਿ ਅਸੀਂ ਜਿਸ ਗੁਰੂ ਨਾਲ ਟੱਕਰ ਲੈਣ ਲਈ ਜਾ ਰਹੇ ਹਾਂ, ਇਸ ਗੁਰੂ ਨੇ ਸਾਨੂੰ ਮਲੀਆ ਮੇਟ ਕਰਕੇ ਦੇ ਦੇਣਾ ਹੈ। ਹਮ ਸਿਰ ਸਿਰ ਲਾਵਣ ਗਲ ਠਾਨੀ। ਕਿ ਇਹ ਗੁਰੂ ਤੇ ਆਇਆ ਹੀ ਸਿਰ ਧੜ ਦੀ ਬਾਜੀ ਲਾਉਣ ਹੈ, ਕਿਉਂਕਿ ਉਹ ਸੋਚਦੇ ਸਨ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਤਸੀਹੇ ਦਵਾਂਗੇ, ਮੌਤ ਦੇ ਡਰਾਵੇ ਦਵਾਂਗੇ, ਇਹ ਡਰ ਜਾਣਗੇ, ਭੈ ਭੀਤ ਹੋ ਜਾਣਗੇ। ਪਰ ਖਾਲਸਾ ਜੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਗੁਰੂ ਤੇ ਖੁਦ ਸਿਰ ਧੜ ਦੀ ਬਾਜੀ ਲਾਉਣ ਆਇਆ। ਤੇ ਜਿਹੜੇ ਗੁਰੂ ਦੇ ਨਾਲ ਸਿੱਖ ਨਿਤਰੇ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ ਖਾਲਸਾ ਜੀ, ਸਤਿਗੁਰੂ ਤੋਂ ਪਹਿਲਾਂ ਇਹਨਾਂ ਨੂੰ ਸ਼ਹੀਦ ਕੀਤਾ। ਕਾਰਨ ਬੜਾ ਵੱਡਾ ਸੀ ਕਿ ਜਦੋਂ ਗੁਰੂ ਦੇ ਸਾਹਮਣੇ ਉਹਦੇ ਸਿੱਖਾਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਜਾਵੇਗਾ, ਗੁਰੂ ਡੋਲ ਜਾਵੇਗਾ। ਪਰ ਵੇਖੋ, ਨਾ ਸਿੱਖ ਡੋਲੇ, ਨਾ ਸਿੱਖਾਂ ਦਾ ਸਤਿਗੁਰੂ ਡੋਲਿਆ। ਜਦੋਂ ਭਾਈ ਮਤੀ ਦਾਸ ਜੀ ਬਾਰੇ ਫਤਵਾ ਜਾਰੀ ਕੀਤਾ ਆਰਾ ਚਲਾਉਣ ਦਾ ਤਨ ਦੇ ਉੱਤੇ, ਭਾਈ ਮਤੀ ਦਾਸ ਜੀ ਡੋਲੇ ਨਹੀਂ। ਕਹਿਣ ਲੱਗੇ, ਤੂੰ ਆਰਾ ਤਿੱਖਾ ਕਰ, ਮੈਂ ਮਨ ਤਿੱਖਾ ਕਰਾਂਗਾ। ਪੁੱਛਿਆ, ਆਰਾ ਤੇ ਰੇਤੀ ਨਾਲ ਤਿੱਖਾ ਹੋਵੇਗਾ, ਮਨ ਕਿਵੇਂ ਤਿੱਖਾ ਹੋਣਾ? ਕਹਿਣ ਲੱਗੇ, ਮੈਂ ਮਨ ਜਪਜੀ ਸਾਹਿਬ ਪੜ੍ਹ ਕੇ ਤਿੱਖਾ ਕਰਾਂਗਾ। ਤੇ ਖਾਲਸਾ ਜੀ ਇੱਕ ਹੋਰ ਬਚਨ ਕੀਤਾ ਕਿ ਜਦੋਂ ਮੇਰੇ ਤਨ ਦੇ ਉੱਤੇ ਆਰਾ ਚੱਲੇ ਤਾਂ ਮੇਰਾ ਮੁਖ ਗੁਰੂ ਤੇਗ ਬਹਾਦਰ ਜੀ ਵੱਲ ਹੋਵੇ। ਕਾਰਨ ਬੜਾ ਵੱਡਾ ਸੀ। ਜਦੋਂ ਗੁਰੂ ਕਾ ਸਿੱਖ ਗੁਰੂ ਵੱਲ ਮੁਖ ਕਰਕੇ ਜੀਵਨ ਜੀਂਦਾ ਹੈ, ਜੀਵਨ ਵਿੱਚ ਵੱਡੇ ਤੋਂ ਵੱਡਾ ਦੁੱਖ ਆ ਜਾਵੇ, ਗੁਰੂ ਕੇ ਸਿੱਖ ਦੇ ਉੱਤੇ ਦੁੱਖਾਂ ਦਾ ਪ੍ਰਭਾਵ ਨਹੀਂ ਪੈਂਦਾ। ਖਾਲਸਾ ਜੀ, ਸਿੱਖ ਬਾਣੀ ਪੜਨ ਵਾਲਾ ਹੋਵੇ, ਮੌਤ ਦਾ ਪ੍ਰਭਾਵ ਨਹੀਂ ਪੈਂਦਾ। ਜਦੋਂ ਆਰਾ ਚੱਲਿਆ, ਸਰੀਰ ਦੇ ਦੋ ਟੁਕੜੇ ਹੋ ਰਹੇ ਸੀ। ਭਾਈ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਕਿੰਨਾ ਕਿ ਪਿਆਰ ਜਪਜੀ ਸਾਹਿਬ ਦੇ ਪਾਠ ਨਾਲ ਹੋਵੇਗਾ। ਸਰੀਰ ਦੇ ਦੋ ਟੁਕੜੇ ਹੋ ਗਏ, ਪਰ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਬੰਦ ਨਹੀਂ ਹੋਈ। ਕਹਿੰਦੇ ਜਿਵੇਂ ਸ਼ਲੋਕ ਮਹੱਲੇ 9ਵੇਂ ਦਾ ਪਾਠ ਦੋ ਪਾਠੀ ਸਿੰਘ ਕਰਦੇ ਆ, ਇਸ ਤਰ੍ਹਾਂ ਸਰੀਰ ਦੇ ਦੋਵੇਂ ਟੁਕੜਿਆਂ ਦੇ ਵਿੱਚੋਂ ਖਾਲਸਾ ਜੀ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆ ਰਹੀ ਸੀ। ਕਿੰਨਾ ਕੇ ਪਿਆਰ, ਕਿੰਨੀ ਕੇ ਮੁਹੱਬਤ ਗੁਰੂ ਚਰਨਾਂ ਨਾਲ ਹੋਵੇਗੀ। ਫਿਰ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ। ਨਾ ਸਿੱਖ ਡੋਲੇ, ਨਾ ਸਤਿਗੁਰੂ ਡੋਲੇ। ਸੋ ਆਓ ਸਰਵਣ ਕਰੀਏ ਜੀ। ਯੋ ਸਤਿਗੁਰੂ ਬੜ ਸਾਕਾ ਕੀਓ। ਸੋ ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅਗੰਮੀ ਕੋਤਕ, ਅਗੰਮੀ ਕਰਾਮਾਤ, ਵੱਡਾ ਸਾਕਾ ਵਰਤਾਇਆ। ਪਰਸਵਾਰ ਹਿਤ ਨਿਜ ਸਿਰ ਦਿਓ। ਆਪਣੇ ਭਲੇ ਵਾਸਤੇ ਦੁਨੀਆ ਦੇ ਲੋਕ ਮਿਹਨਤਾਂ ਮਸ਼ੱਕਤਾਂ ਘਾਲਦੇ ਵੇਖੇ ਸੀ। ਇਹ ਪਹਿਲਾ ਦੁਨੀਆ ਦੇ ਤਖਤੇ ਤੇ ਖਾਲਸਾ ਜੀ ਸਤਿਗੁਰੂ ਹੋਇਆ, ਜਿਨ੍ਹਾਂ ਨੇ ਦੂਸਰੇ ਦੇ ਧਰਮ ਦੀ, ਦੂਸਰੇ ਦੇ ਭਲੇ ਵਾਸਤੇ ਆਪਣੇ ਤਨ ਦੀ ਕੁਰਬਾਨੀ ਕੀਤੀ, ਆਪਣੇ ਤਨ ਦਾ ਲਹੂ ਉਸ ਧਰਤੀ ਤੇ ਡੋਲਿਆ। ਇਸੇ ਕਰਕੇ ਅੱਜ ਧਰਮ ਦੀ ਜੈ ਜੈਕਾਰ ਹੈ, ਗੁਰੂ ਤੇਗ ਬਹਾਦਰ ਦੀ ਜੈ ਜੈਕਾਰ ਹੈ। ਆਉਣ ਵਾਲੇ ਦਿਨ ਦੇ ਵਿੱਚ ਆਪਾਂ ਅੱਗੇ ਵੀ ਇਤਿਹਾਸ ਸਰਵਣ ਕਰਾਂਗੇ, ਕਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਤਖਤ ਤੇ ਸੁਭਾਏਮਾਨ ਹੋਏ, ਖਾਲਸਾ ਪੰਥ ਪ੍ਰਗਟ ਕੀਤਾ, ਖਾਲਸਿਆਂ ਦੇ ਹੱਥ ਵਿੱਚ ਚੰਡੀ ਦਿੱਤੀ, ਤੇਗਾਂ ਦਿੱਤੀਆਂ ਤੇ ਮੁਗਲ ਹਕੂਮਤ ਦੀਆਂ ਜੜ੍ਹਾਂ ਪੱਟੀਆਂ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਆਓ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਹਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰੀਏ। ਬੇਨਤੀ ਹੈ, ਅਰਦਾਸ ਕਰਿਓ, ਜੋ ਸੁਣਿਆ, ਜੋ ਸੁਣਾਇਆ ਆਪਾਂ ਸਾਰੇ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ ਜੀ। ਆਓ ਸਾਰੇ ਪ੍ਰੇਮ ਸਹਿਤ ਉਚਾਰਨ ਕਰੋ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, हे संत है के सदा संग निधारा आधार, हे ठाकुर हो दासरो
ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਸਰਬਾ ਸਾਧ ਸੰਗਤ ਨੂੰ ਬੜੇ ਹੀ ਪਿਆਰ